नमस्कार। देश विदेश ਵਿੱਚ ਐਸਡੀਡੀ ਪ੍ਰਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸ਼ਮੀ ਡਾਵਰਾ ਤੇ ਮੈਂ ਹਾਂ ਜੀ ਰਣ ਬਹਾਦਰ ਸਿੰਘ। ਦੋਸਤੋ ਲੈ ਕੇ ਹਾਜ਼ਰ ਹਾਂ ਇੱਕ ਵਾਰ ਫਿਰ ਪ੍ਰੋਗਰਾਮ ਇਨਸਾਈਡ ਖਬਰ। ਇਨਸਾਈਡ ਖਬਰ ਦੇ ਵਿੱਚ ਅਸੀਂ ਚਰਚਾ ਕਰਦੇ ਹਾਂ ਪਿਛਲੇ ਹਫਤੇ ਵਿੱਚ ਬੀਤੀਆਂ ਹੋਈਆਂ ਕੁਝ ਖਾਸ ਖਬਰਾਂ ਦੀ ਤੇ ਉਹਨਾਂ ਦੇ ਪਿੱਛੇ ਛੁਪੀ ਹੋਈ ਸੱਚਾਈ ਨੂੰ ਉਜਾਗਰ ਕਰਦੇ ਹਾਂ। ਅੱਜ ਵੀ ਅਸੀਂ ਕੁਝ ਖਬਰਾਂ ਲਈਆਂ ਨੇ ਜਿਨ੍ਹਾਂ ਦੇ ਪਿੱਛੇ ਛੁਪੀ ਸੱਚਾਈ ਨੂੰ ਉਜਾਗਰ ਕਰਨ ਦੇ ਲਈ ਸਟੂਡੀਓ 'ਚ ਇੱਕ ਵਾਰ ਫਿਰ ਅਸੀਂ ਬੁਲਾਇਆ ਹੈ ਰਾਣਾ ਰਣ ਬਹਾਦਰ। ਰਾਣਾ ਰਣ ਬਹਾਦਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ। ਸਭ ਤੋਂ ਪਹਿਲਾਂ ਰਾਣਾ ਜੀ, ਅਸੀਂ ਅੱਜ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਕਿਉਂਕਿ ਪਿਛਲੇ ਹਫਤੇ ਵਿੱਚ ਬਹੁਤ ਵੱਡਾ ਇੱਕ ਖੇਡਾਂ ਦਾ ਮਹਾਕੁੰਭ ਜਿਹੜਾ ਹੈ ਉਹ ਸਮਾਪਤ ਹੋਇਆ ਜੀ। 올림픽 ਟੋਕੀਓ 2020। ਹਾਲਾਂਕਿ ਕਿਉਂਕਿ ਪਿਛਲੇ ਸਾਲ ਹੋਣੀਆਂ ਸੀ 올림픽ਸ ਜਿਹੜੀਆਂ ਕਰੋਨਾ ਕਰਕੇ ਨਹੀਂ ਸੀ ਹੋਈਆਂ, ਉਹ 2021 ਚ ਹੋਈਆਂ, ਨਾਲ ਹੋਈ ਸੀ ਟੋਕੀਓ 올림픽 2020। ਉਹ ਸਮਾਪਨ ਹੋਇਆ ਔਰ ਭਾਰਤ ਨੇ 1 ਗੋਲਡ 2 ਸਿਲਵਰ ਤੇ 4 ਬ੍ਰੌਂਜ਼ ਜਿੱਤ ਕੇ ਆਪਣੀ ਹਾਜ਼ਰੀ ਲਗਵਾਈ ਤੇ ਲਗਭਗ 48ਵੇਂ ਨੰਬਰ ਤੇ ਜੇ ਦੇਖਿਆ ਜਾਵੇ ਤਾਂ ਜਿਹਨੇ ਮੈਡਲ ਟੈਲੀ ਦੇ ਵਿੱਚ ਆਇਆ। ਓਵਰਆਲ ਪਰਫਾਰਮੈਂਸ ਦੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਵੀ ਇਹਨਾਂ ਦੀ ਓਵਰਆਲ ਪਰਫਾਰਮੈਂਸ ਤੁਸੀਂ ਕਿੱਥੇ ਨੂੰ ਮੇਜਰ ਕਰਦੇ ਹੋ, ਕਿੱਥੇ ਮਿਲਦੇ ਹੋ ਇਹ? ਦਾਵੜਾ ਜੀ, ਜਿੱਦਾਂ ਤੁਸੀਂ ਕਿਹਾ ਕਿ ਖੇਡਾਂ ਦਾ ਮਹਾਕੁੰਭ ਹੈ ਤੇ ਪੂਰਾ ਇਹ ਵਿਸ਼ਵ ਦਾ ਫੋਕਸ 올림픽 ਤੇ ਹੁੰਦਾ ਹੈ। ਬਿਲਕੁਲ। ਤੇ ਅਸੀਂ ਵੀ ਅੱਜ ਚਰਚਾ 올림픽 ਦੀ ਆਪਣੇ ਪ੍ਰੋਗਰਾਮ 'ਚ ਕਰ ਰਹੇ ਹਾਂ। ਬੜੇ ਚਿਰ ਬਾਅਦ ਹੈ ਕਿ ਸਪੋਰਟਸ ਕ੍ਰਿਕਟ ਨੂੰ ਛੱਡ ਕੇ ਦੇਸ਼ ਦੇ ਜਿਹੜੇ ਹੈ ਉਹ ਮੀਡੀਆ 'ਚ ਦੇਸ਼ ਦੀਆਂ ਚਰਚਾਵਾਂ 'ਚ ਫੋਕਸ 'ਚ ਹੈ। ਬਿਲਕੁਲ। ਸੋ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਪੋਰਟਸ ਕਿਤੇ ਨਾ ਕਿਤੇ ਚਾਹੇ ਕੁਝ ਦਿਨਾਂ ਲਈ ਸੈਂਟਰ ਸਟੇਜ ਤੇ ਹੈ ਜੀ। ਜਿੱਦਾਂ ਮੈਂ ਕਿਹਾ ਕਿ 올림픽 ਤੇ ਨਜ਼ਰ ਹੁੰਦੀ ਹੈ ਪੂਰੇ ਵਰਲਡ ਦੀ। ਦੇਸ਼ਾਂ ਦਾ ਇੱਕ ਤਰ੍ਹਾਂ ਦਾ ਰੁਤਬਾ ਜਿਹੜਾ ਹੈ ਇਹਨਾਂ ਸਪੋਰਟਸ ਇਵੈਂਟਸ 'ਚ, ਜਿੱਦਾਂ ਕਿੰਨੇ ਇਵੈਂਟਸ ਤੁਸੀਂ ਪਾਰਟਿਸਿਪੇਸ਼ਨ ਕੀਤਾ, ਤੁਹਾਡੀ ਮੈਡਲ ਟੈਲੀ ਕੀ ਹੈ, ਤੁਹਾਡੀ ਪੋਜੀਸ਼ਨ ਕੀ ਹੈ, ਉਹ ਬੜਾ ਇੱਕ ਤਰ੍ਹਾਂ ਦਾ ਮਾਇਨਾ ਰੱਖਦਾ ਹੈ ਜੀ। ਸੋ ਇਹ ਟੋਕੀਓ 2020 ਭਾਵੇਂ ਕਿ ਜਿੱਦਾਂ ਤੁਸੀਂ ਕਿਹਾ ਕਿ 2021 ਚ ਹੋਇਆ ਹੈ, ਇਹ 2020 ਚ ਹੋਣਾ ਸੀ, ਕਰੋਨਾ ਕਰਕੇ ਹੁਣ ਹੋਇਆ ਹੈ, ਸਮਾਪਤ ਹੋ ਗਿਆ ਹੈ। ਤੇ ਭਾਰਤ 'ਚ ਜਿਹੜਾ ਹੈ ਇਹਦੇ 'ਚ ਹੁਣ ਤੱਕ ਦੀ 올림픽 ਪਰਫਾਰਮੈਂਸ ਭਾਰਤ ਦੀ ਜਿਹੜੀ ਹੈ ਉਹਦੇ 'ਚ ਸਭ ਤੋਂ ਵਧੀਆ ਇਹ ਟੋਕੀਓ 2020 ਰਿਹਾ। ਬਿਲਕੁਲ। ਇਸ ਮਾਮਲੇ 'ਚ ਵੀ ਕਿ ਅਸੀਂ ਬਹੁਤ ਸਾਰੇ ਇਵੈਂਟਸ 'ਚ ਪਾਰਟਿਸਿਪੇਸ਼ਨ ਕੀਤਾ। ਸਾਡਾ ਪਾਰਟਿਸਿਪੇਸ਼ਨ ਬਹੁਤ ਵਾਈਡਰ ਸੀ, ਬਾਕਸਿੰਗ, ਬੈਡਮਿੰਟਨ, ਜੂਡੋ, ਈਵਨ ਕਿ ਜਿਹੜੀਆਂ ਜਿੱਦਾਂ ਅਸੀਂ ਦੇਖਿਆ ਕਿ ਅਦਿਤੀ ਸੀ ਉਹ ਉਹਦੇ 'ਚ ਗੋਲਫ 'ਚ ਵੀ ਅਸੀਂ ਬਹੁਤ ਸਾਰੀ ਇਵੈਂਟਸ 'ਚ ਪਹਿਲੀ ਵਾਰ ਪਾਰਟਿਸਿਪੇਸ਼ਨ ਕੀਤਾ। ਤੇ ਦੂਜਾ ਇਸ ਕਰਕੇ ਵੀ ਕਿ ਅਸੀਂ ਜਿਹੜੇ ਹੈ ਉਹ ਮੈਡਲ ਵੀ ਪਹਿਲਾਂ ਨਾਲੋਂ ਜ਼ਿਆਦਾ ਜਿੱਤਣ 'ਚ ਜਿਹੜੇ ਹੈ ਉਹ ਕਾਮਯਾਬ ਹੋਏ। ਟੋਕੀਓ 2020 'ਚ 1 ਗੋਲਡ ਲਿਆ ਸੀ ਤੇ 2 ਸਿਲਵਰ ਲਿਆ ਤੇ 4 ਬ੍ਰੌਂਜ਼ ਲਿਆ। ਬਿਲਕੁਲ। ਤੇ ਮੈਡਲ ਟੈਲੀ 'ਚ ਭਾਰਤ ਦਾ 48ਵਾਂ ਨੰਬਰ ਹੈ, ਜਿਹੜਾ ਕਿ ਬਾਟਮ ਤੇ ਕਦੇ ਹੁੰਦਾ ਸੀ, ਹੁਣ ਥੋੜਾ ਜਿਹਾ ਉੱਪਰ ਨੂੰ ਹੋ ਗਿਆ। ਬਿਲਕੁਲ। ਸੋ ਇਸ ਵਾਰ ਸਾਡੀ 올림픽 ਪਰਫਾਰਮੈਂਸ ਓਵਰਆਲ ਜਿਹੜੀ ਹੈ ਉਹ ਕਾਫੀ ਵਧੀਆ ਰਹੀ। ਇੱਕ ਹੋਰ ਚੀਜ਼ ਹੈ ਵੀ ਟਰੈਕ ਐਂਡ ਫੀਲਡ 'ਚ ਪਹਿਲੀ ਵਾਰ ਅਸੀਂ ਕੋਈ ਮੈਡਲ ਜਿੱਤਿਆ, ਉਹ ਵੀ ਗੋਲਡ ਮੈਡਲ। ਇਹ ਗੱਲ ਤੁਹਾਡੀ ਠੀਕ ਹੈ। ਟਰੈਕ ਐਂਡ ਫੀਲਡ 'ਚ ਅਸੀਂ ਪਹਿਲੀ ਵਾਰ ਗੋਲਡ ਮੈਡਲ ਜਿੱਤਿਆ। ਟਰੈਕ ਐਂਡ ਫੀਲਡ 'ਚ ਮੈਡਲ ਜਿੱਤਣਾ ਜਿਹੜਾ ਹੈ ਉਹ ਇੱਕ ਤਰ੍ਹਾਂ ਦਾ ਦਾਵੜਾ ਜੀ ਬੜਾ ਔਖਾ। ਬਿਲਕੁਲ। ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਬ੍ਰਿਟੇਨ ਕੋਲ ਟਰੈਕ ਐਂਡ ਫੀਲਡ 'ਚ ਕੋਈ ਮੈਡਲ ਨਹੀਂ ਆਇਆ, ਜਰਮਨੀ ਕੋਲ ਟਰੈਕ ਐਂਡ ਫੀਲਡ 'ਚ ਕੋਈ ਮੈਡਲ ਨਹੀਂ ਆਇਆ, ਭਾਵੇਂ ਕਿ ਮੈਡਲ ਟੈਲੀ 'ਚ ਇਹ ਦੇਸ਼ ਸਾਡੇ ਨਾਲ ਕਿਤੇ ਉੱਪਰ ਨੇ। ਬਿਲਕੁਲ। ਆਸਟ੍ਰੇਲੀਆ ਕੋਲ ਟਰੈਕ ਐਂਡ ਫੀਲਡ 'ਚ ਕੋਈ ਮੈਡਲ ਨਹੀਂ ਆਇਆ ਜੀ। ਚਾਈਨਾ ਨੂੰ 2 ਮੈਡਲ ਗੋਲਡ ਮੈਡਲ ਮਿਲਿਆ ਟਰੈਕ ਐਂਡ ਫੀਲਡ 'ਚ, ਜਦੋਂ ਕਿ ਉਹ ਅਮਰੀਕਾ ਤੇ ਥੋੜਾ ਜਿਹਾ ਹੀ ਪਿੱਛੇ ਹੈ। ਇੱਕ ਗੋਲਡ ਮੈਡਲ ਦਾ ਫਰਕ ਹੈ। ਇੱਕ ਗੋਲਡ ਮੈਡਲ ਦਾ ਫਰਕ ਹੈ, ਬਟ ਟਰੈਕ ਐਂਡ ਫੀਲਡ 'ਚ ਉਹਦੇ ਵੀ 2 ਗੋਲਡ ਮੈਡਲ ਹੈ। ਸੋ ਟਰੈਕ ਐਂਡ ਫੀਲਡ ਦਾ ਇਹ ਮੈਡਲ ਸਾਡੇ ਲਈ ਬਹੁਤ ਇੰਪੋਰਟੈਂਸ ਇਸ ਕਰਕੇ ਰੱਖਦਾ ਹੈ ਕਿ ਹਜੇ ਤੱਕ ਸੋਕਾ ਹੀ ਸੀ ਸਾਡੇ ਕੋਲ ਟਰੈਕ ਐਂਡ ਫੀਲਡ ਦੇ ਜਿਹੜਾ ਹੈ ਗੋਲਡ ਮੈਡਲਾਂ ਦਾ ਹੀ ਸੋਕਾ ਸੀ। ਬਿਲਕੁਲ। ਭਾਵੇਂ ਕਿ ਅਭਿਨਵ ਬਿੰਦਰਾ ਨੇ ਇੱਕ ਵਾਰ ਸ਼ੂਟਿੰਗ 'ਚ 10 ਮੀਟਰ ਜਿਹੜੀ ਸ਼ੂਟਿੰਗ 'ਚ ਉਹ ਜਿੱਤਿਆ ਸੀ, ਉਹ ਤੋਂ ਪਹਿਲਾਂ ਸਾਡੇ ਕੋਲ ਕੋਈ ਮੈਡਲ ਨਹੀਂ ਸੀ। ਮਿਲਖਾ ਸਿੰਘ ਜਿਹੜੇ ਹੈ ਉਹ 1 ਸੈਕਿੰਡ ਤੋਂ ਜਿਹੜਾ ਹੈ ਉਹ ਰਹਿ ਗਏ ਸੀ 1960 올림픽 'ਚ। ਉਹ ਤੋਂ ਬਾਅਦ ਗੁਰਬਚਨ ਸਿੰਘ ਰੰਧਾਵਾ ਸੀ, ਉਹ ਵੀ ਕਾਫੀ ਸੀ, ਪਰ ਅਸੀਂ ਪੀਟੀ ਊਸ਼ਾ ਉਹ ਵੀ ਚੌਥੇ ਨੰਬਰ ਤੇ ਰਹੇ ਸੀਗੇ ਟਰੈਕ ਐਂਡ ਫੀਲਡ 'ਚ। ਅਸੀਂ ਏਸ਼ੀਆ 'ਚ ਤਾਂ ਜਿੱਤਦੇ ਰਹੇ ਹਾਂ। ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾਓ ਕਿ ਏਸ਼ੀਆ ਦਾ ਇਸ ਵਾਰ ਟਰੈਕ ਐਂਡ ਫੀਲਡ 'ਚ ਜੇ ਅਸੀਂ ਦੇਖਿਆ ਸਾਡੀ 400 ਮੀਟਰ ਰਿਲੇ ਰੇਸ ਦਾ ਜਿਹੜਾ ਹੈ ਟੀਮ ਗਈ ਹੋਈ ਸੀ। ਬਿਲਕੁਲ। 400 ਮੀਟਰ ਦੀ ਜਿਹੜੀ ਰਿਲੇ ਟੀਮ ਹੈ ਉਹ 2.56 ਸੈਕਿੰਡ ਨਾਲ ਜਿਹੜਾ ਹੈ ਉਹਨੇ ਸਮਾਪਨ ਕੀਤਾ ਹੈ ਜੀ। ਨਹੀਂ 3 ਪੁਆਇੰਟ ਕੁਐਸਚਨ ਨਾਲ 2.56 ਨਾਲ ਜਿਹੜਾ ਉਹ ਵਰਲਡ ਰਿਕਾਰਡ ਹੈ।
ਏਸ਼ੀਆ ਦਾ ਜਿਹੜਾ ਹੈ ਰਿਕਾਰਡ ਉਹਨੇ ਤੋੜਿਆ ਬਿਲਕੁਲ। 400 ਮੀਟਰ ਰਿਲੇ ਰੇਸ ਬਿਲਕੁਲ। ਪਰ ਉਹ ਮੈਡਲ ਜਿੱਤਣ ਚ ਸਮਰੱਥ ਰਿਹਾ। ਤੁਸੀਂ ਕੰਪੀਟੀਸ਼ਨ ਦੇਖ ਲਓ ਵੀ ਕਿੰਨਾ ਸਖਤ ਹੈ ਕਿ ਏਸ਼ੀਆ ਦਾ ਰਿਕਾਰਡ ਬਣਾ ਕੇ ਵੀ ਤੁਸੀਂ ਉੱਥੇ ਮੈਡਲ ਨਹੀਂ ਜਿੱਤ ਸਕਦੇ। ਬਿਲਕੁਲ। ਇਸ ਕਰਕੇ ਇਹ ਟਰੈਕ ਐਂਡ ਫੀਲਡ ਵਾਲਾ ਜਿਹੜਾ ਹੈ ਮੈਡਲ ਬੜੀ ਇੰਪੋਰਟੈਂਸ ਰੱਖਦਾ ਸਾਡੇ ਵਾਸਤੇ, ਨੀਰਜ ਚੋਪੜਾ ਵਾਲਾ। ਜੀ ਬਿਲਕੁਲ। ਦੂਸਰੀ ਗੱਲ ਕਰੀਏ ਵੀ ਹਾਕੀ ਦੇ ਵਿੱਚ ਜੇ ਅਸੀਂ ਗੱਲ ਕਰੀਏ ਵੀ 80 ਤੋਂ ਬਾਅਦ 41 ਸਾਲ ਬਾਅਦ ਜਿਹੜਾ ਕਹਿੰਦੇ ਹਾਕੀ ਦਾ ਸੋਕਾ, ਕਿਉਂਕਿ ਹਾਕੀ ਦੇ ਵਿੱਚ ਭਾਰਤ ਹਮੇਸ਼ਾ ਹੀ 골ਡ ਮੈਡਲ ਜਿੱਤਦਾ ਹੁੰਦਾ ਸੀ। ਜੇ ਅਸੀਂ ਪੁਰਾਣੀਆਂ ਗੱਲਾਂ ਕਰੀਏ 8 골ਡ ਮੈਡਲ ਹਾਕੀ ਦੇ ਵਿੱਚ ਭਾਰਤ ਜਿੱਤ ਚੁੱਕਿਆ ਹੈ। ਔਰ ਜੇ ਗੱਲ ਕਰੀਏ ਵੀ ਇਹ ਹੁਣ 80 ਤੋਂ ਬਾਅਦ ਇਹ ਜਿਹੜਾ ਹੈ ਪਹਿਲੀ ਵਾਰ ਹੋਇਆ ਕਿ ਬ੍ਰੌਂਜ਼ ਮੈਡਲ ਭਾਰਤ ਦੇਸ਼ ਸੇ ਆਇਆ। ਉਹ ਮਾਸਕੋ 올림픽 ਵਿੱਚ ਜਿਹੀ 올림픽 ਸੀ ਜਿਸ 'ਚ 6 ਹਾਕੀ ਦੀਆਂ ਟੀਮਾਂ ਨੇ ਕੇਵਲ ਹਿੱਸਾ ਲਿਆ ਸੀ ਤੇ ਉਹ ਆਪਸ ਰਾਉਂਡ ਰੋਬਿਨ ਆਧਾਰ ਦੇ ਉੱਤੇ ਹੀ ਉੱਥੇ ਮੈਚ ਖੇਡੇ ਗਏ ਸੀਗੇ ਤੇ ਜਿਹੜੇ ਪਹਿਲੇ ਦੋ ਸੀਗੇ ਉਹਨਾਂ ਵਿਰੁੱਧ ਫਾਈਨਲ ਖਿਲਾ ਕੇ ਕਰ ਦਿੱਤਾ ਗਿਆ ਸੀਗਾ। ਇਹ ਇੱਕ ਬੜੀ ਵੱਡੀ ਅਚੀਵਮੈਂਟ ਹੈ ਆਉਣ ਵਾਲੇ, ਕਿਉਂਕਿ ਹਾਕੀ ਨੂੰ ਕਿਹਾ ਵੀ ਇਹ ਜਾਂਦਾ ਸੀ ਵੀ ਇਹ ਭਾਰਤ ਦੀ ਰਾਸ਼ਟਰੀ ਖੇਡ ਹੈ। ਹਾਲਾਂਕਿ ਇਹ ਰਾਸ਼ਟਰੀ ਖੇਡ ਮੰਨਿਆ ਨਹੀਂ ਸੀ ਗਿਆ, ਲੇਕਿਨ ਕਿਹਾ ਤਾਂ ਜਾਂਦਾ ਨਾ ਵੀ ਭਾਰਤ ਦੀ ਰਾਸ਼ਟਰੀ ਖੇਡ ਹੈ ਹਾਕੀ। ਤੁਸੀਂ ਸਮਝਦੇ ਹੋ ਵੀ ਹਾਕੀ ਦੇ ਲਈ ਕੁੜੀਆਂ ਵੀ ਚੌਥੇ ਪਾਇਦਾਨ ਤੇ ਰਹੀਆਂ ਨੇ। ਇਹ ਬੜੀ ਵੱਡੀ ਅਚੀਵਮੈਂਟ ਲੜਕੀਆਂ ਦੀ ਹਾਕੀ ਲਈ ਵੀ ਹੈ ਔਰ ਲੜਕਿਆਂ ਨੇ ਬ੍ਰੌਂਜ਼ ਮੈਡਲ ਜਿੱਤਿਆ। ਇਹ ਵੀ ਆਪਣੇ ਆਪ 'ਚ ਅਚੀਵਮੈਂਟ ਹੈ ਵੀ ਆਉਣ ਵਾਲੇ ਸਮੇਂ ਵਿੱਚ ਹਾਕੀ ਦੀ ਤਸਵੀਰ ਜਿਹੜੀ ਆ ਉਹ ਬਦਲੇਗੀ। ਇਹ ਦਾਵੜਾ ਜੀ ਠੀਕ ਹੈ ਤੁਹਾਡੀ ਗੱਲ ਕਿ ਹਾਕੀ ਦਾ ਭਵਿੱਖ ਜਿਹੜਾ ਹੈ ਭਾਰਤ ਦਾ ਸੁਨਹਿਰਾ ਹੈ ਜੀ। ਸੁਨਹਿਰਾ ਸੀ ਵੀ ਕਿਸੇ ਸਮੇਂ। ਭਾਰਤ ਨੇ ਲਗਾਤਾਰ 6 ਵਾਰ ਹਾਕੀ 'ਚ ਗੋਲਡ ਜਿੱਤਿਆ 올림픽 'ਚ, 2 ਵਾਰ ਅਸੀਂ ਵੈਸੇ 8 ਵਾਰ ਲਗਾਤਾਰ 8 ਵਾਰ ਟੋਟਲ ਅਸੀਂ ਹਾਕੀ 'ਚ ਗੋਲਡ ਮੈਡਲ ਜਿੱਤਿਆ। ਬਿਲਕੁਲ। ਉਹ ਤੋਂ ਬਾਅਦ ਕੁਝ ਹਾਲਾਤ ਇਦਾਂ ਦੇ ਬਣਦੇ ਗਏ, ਹਾਕੀ 'ਚ ਥੋੜ੍ਹੀਆਂ ਤਬਦੀਲੀਆਂ ਹੋਈਆਂ। ਹਾਕੀ ਦੀ ਜਿਹੜੀ ਗੇਮ ਹੈ ਉਹ ਐਸਟ੍ਰੋਟਰਫ ਤੇ ਖੇਡੀ ਜਾਣ ਲੱਗੀ। ਕੁਝ ਹਾਕੀ ਦੇ ਨਿਯਮਾਂ 'ਚ ਵੀ ਤਬਦੀਲੀਆਂ ਕੀਤੀਆਂ ਗਈਆਂ ਤੇ ਕੁਝ ਜ਼ਿਆਦਾ ਤੋਂ ਜ਼ਿਆਦਾ ਪਾਰਟਿਸਿਪੇਸ਼ਨ ਦੇਸ਼ਾਂ ਦੀ ਉਹਦੇ 'ਚ ਕੰਪੀਟੀਟਿਵਨੈਸ ਵੱਧਦਾ ਗਿਆ ਤੇ ਅਸੀਂ ਹਾਕੀ 'ਚ ਪਛੜਦੇ ਚਲੇ ਗਏ। ਬਿਲਕੁਲ। ਤੇ ਕਿਸੇ ਸਮੇਂ ਤਾਂ ਇਦਾਂ ਦੇ ਹਾਲਾਤ ਬਣ ਗਏ ਕਿ ਅਸੀਂ 올림픽 'ਚ ਪਾਰਟਿਸਿਪੇਸ਼ਨ ਨੂੰ ਵੀ ਤਰਸੇ। ਬਿਲਕੁਲ। ਬੀਜਿੰਗ 올림픽 ਦੇ ਵਿੱਚ ਅਸੀਂ 2008 ਦੇ ਵਿੱਚ ਕੁਆਲੀਫਾਈ ਨਹੀਂ ਸੀ ਕਰ ਪਾਏ ਔਰ ਅਸੀਂ ਨਹੀਂ ਗਏ। ਤੁਸੀਂ ਤਰਾਸਦੀ ਦੇਖ ਲਓ, ਫਿਰ 6 ਵਾਰ ਦਾ ਲਗਾਤਾਰ ਦਾ 올림픽 골ਡ ਮੈਡਲਿਸਟ ਪਾਰਟਿਸਿਪੇਸ਼ਨ ਨਹੀਂ ਕਰ ਸਕਿਆ। ਕੰਪੀਟੀਸ਼ਨ ਇੰਨਾ ਵੱਧ ਗਿਆ ਸੀ। ਬਿਲਕੁਲ ਬਿਲਕੁਲ। ਤੇ ਅਸੀਂ ਜਿੱਦਾਂ ਅਸੀਂ ਪਹਿਲਾਂ ਗੱਲ ਕੀਤੀ ਕਿ ਟੋਟਲ ਮੈਡਲ ਟੈਲੀ ਇਸ ਵਾਰ ਤਾਂ 7 ਹੈ, ਅਸੀਂ ਕਿਸੇ ਵਾਰ 0 ਤੇ ਵੀ ਮੈਡਲ, ਇੱਕ ਮੈਡਲ ਨੂੰ ਵੀ ਤਰਸਦੇ 올림픽 ਤੋਂ ਮੁੜੇ। ਪਰ ਹਾਕੀ 'ਚ ਸਾਨੂੰ ਆਸ ਸੀ, ਪੂਰੇ ਵਰਲਡ ਨੂੰ ਵੀ ਇਹ ਸੀ ਕਿ ਹਾਕੀ ਦਾ ਜਨਮਦਾਤਾ ਭਾਰਤ ਹੈ। ਉੱਥੇ ਹਾਕੀ ਦਾ ਗ੍ਰਾਫ ਕਿਉਂ ਗਿਰਦਾ ਜਾ ਰਿਹਾ ਹੈ। ਵਰਲਡ ਲੈਵਲ ਤੇ ਵੀ ਜਿਹੜੀ ਹਾਕੀ ਫੈਡਰੇਸ਼ਨ ਆ ਉਹਨਾਂ ਨੇ ਭਾਰਤ ਦੀ ਮਦਦ ਕੀਤੀ ਹੈ ਜੀ। ਉਹਨਾਂ ਨੇ ਟ੍ਰੇਨਿੰਗ 'ਚ ਮਦਦ ਕੀਤੀ, ਐਸਟ੍ਰੋਟਰਫ 'ਚ ਮਦਦ ਕੀਤੀ ਕਿ ਭਾਰਤ 'ਚ ਹਾਕੀ ਦਾ ਜਿਹੜਾ ਜਨਮਦਾਤਾ ਹੈ ਉੱਥੇ ਹਾਕੀ ਪਛੜਨੀ ਨਹੀਂ ਚਾਹੀਦੀ। ਬਿਲਕੁਲ। ਵਿਦੇਸ਼ੀ ਕੋਚ ਵੀ ਸਾਡੇ ਕੋਲ ਆਏ। ਸੋ ਹਾਕੀ 'ਚ ਅਸੀਂ ਇਸ ਵਾਰ ਦੇਖਿਆ ਕਿ ਸਾਡੀ ਜਿਹੜੀ ਪਰਫਾਰਮੈਂਸ ਹੈ ਬਹੁਤ ਵਧੀਆ ਰਹੀ, ਚਾਹੇ ਉਹ ਲੜਕੀਆਂ ਦੀ ਟੀਮ ਸੀ ਚਾਹੇ ਉਹ ਲੜਕਿਆਂ ਦੀ ਟੀਮ ਸੀ। ਭਾਵੇਂ ਕਿ ਲੜਕੀਆਂ ਦੀ ਟੀਮ ਬਹੁਤ ਵਧੀਆ ਖੇਡੀ ਤੇ ਪਰ ਅਸੀਂ ਮੈਡਲ ਜਿੱਤਣ 'ਚ ਸਮਰੱਥ ਨਹੀਂ ਰਹੇ, ਪਰ ਉਹਦੀ ਪਰਫਾਰਮੈਂਸ ਜਿਹੜੀ ਹੈ ਉਹ ਕਾਫੀ ਚੰਗੀ ਰਹੀ। ਓਵਰਆਲ ਜੇ ਮੈਂ ਏਸ਼ੀਆ ਦੀ ਗੱਲ ਕਰਾਂ, ਏਸ਼ੀਆ 'ਚ ਜਦੋਂ ਤੱਕ ਤਾਂ 1947 ਤੋਂ ਪਹਿਲਾਂ ਤੱਕ ਤਾਂ ਟੀਮ ਇੱਕ ਬਹੁਤ ਸੁਪਰਬ ਟੀਮ ਹੁੰਦੀ ਸੀਗੀ, ਲੇਕਿਨ 47 ਤੋਂ ਬਾਅਦ 2 ਟੀਮਾਂ ਬਣ ਗਈਆਂ, ਪਾਕਿਸਤਾਨ ਤੇ ਭਾਰਤ ਦੀਆਂ। ਜਿਸ ਤਰ੍ਹਾਂ ਤੁਸੀਂ ਕਿਹਾ ਭਾਰਤ ਬੀਜਿੰਗ 올림픽 ਦੇ ਵਿੱਚ ਕੁਆਲੀਫਾਈ ਨਹੀਂ ਕਰ ਪਾਇਆ, ਉਸੇ ਤਰ੍ਹਾਂ ਪਾਕਿਸਤਾਨ ਦੀ ਟੀਮ ਜਿਹੜੀ ਬਾਅਦ ਦੇ ਵਿੱਚੋਂ ਬੜੀ ਸੁਨਹਿਰੇ ਭਵਿੱਖ ਦੇ ਵਿੱਚੋਂ ਨਿਕਲੀ ਆ, ਬਈ ਕਈ ਵਾਰ 골ਡ ਮੈਡਲ ਪਾਕਿਸਤਾਨ ਦੀ ਟੀਮ ਨੇ ਜਿੱਤਿਆ ਹੈ, ਉਹ ਵੀ ਇਸ ਵਾਰ ਕੁਆਲੀਫਾਈ ਨਹੀਂ ਕਰ ਪਾਈ ਸੀਗੀ ਇਸ ਟੋਕੀਓ 올림픽 ਦੇ ਵਿੱਚ ਹਾਕੀ ਦੇ ਵਿੱਚ। ਵੀ ਕਿਤੇ ਨਾ ਕਿਤੇ ਓਵਰਆਲ ਜਿਹੜਾ ਦੇਖਿਆ ਜਾਵੇ ਏਸ਼ੀਆ ਦਾ ਸਿਨੈਰੀਓ ਐਸਾ ਹੈਗਾ ਵੀ ਇੱਥੇ ਕ੍ਰਿਕਟ ਨੂੰ ਜ਼ਿਆਦਾ ਪ੍ਰਫੁੱਲਿਤ ਕੀਤਾ ਗਿਆ ਹੈ ਬਨਸਪਤ ਬਾਕੀ ਗੇਮਾਂ ਦੇ। ਇਹ ਵੀ ਇੱਕ ਫੈਕਟਰ ਹੈ ਦਾਵੜਾ ਜਿਹੜਾ ਤੁਸੀਂ ਕਿਹਾ, ਪਰ ਇੱਕ ਹੋਰ ਗੱਲ ਵੀ ਹੈ ਕਿ ਅਸੀਂ ਜਿਹੜਾ ਸਾਊਥ ਏਸ਼ੀਆ ਦਾ ਦੇਖੀਏ, ਸਾਡਾ ਪਰ ਕੈਪੀਟਾ ਇਨਕਮ GDP ਬਹੁਤ ਘੱਟ ਹੈ, ਸਪੋਰਟਸ ਤੇ ਪਰ ਕੈਪੀਟਾ ਖਰਚਾ ਬਹੁਤ ਘੱਟ ਹੈ, ਟ੍ਰੇਨਿੰਗ ਤੇ ਅਸੀਂ ਇੰਨਾ ਖਰਚਾ ਨਹੀਂ ਕਰਦੇ, ਇਨਫਰਾਸਟ੍ਰਕਚਰ ਸਾਡੇ ਕੋਲ ਬਹੁਤ ਘੱਟ ਹੈ। ਅਸੀਂ ਸਿਰਫ ਹਾਕੀ ਜਾਂ ਕ੍ਰਿਕਟ ਤੱਕ ਹੀ ਸੀਮਤ ਹੈ। ਹੋਰ ਜਿਹੜਾ ਸਾਈਕਲਿੰਗ ਹੈ, ਸਵਿਮਿੰਗ ਹੈ, ਉਹਨਾਂ ਨੂੰ ਜਿੰਨਾ ਖਰਚਾ ਹੁੰਦਾ ਹੈ, ਸ਼ੂਟਿੰਗ ਹੈ, ਜਿੰਨਾ ਖਰਚਾ ਹੁੰਦਾ ਉਹ ਅਸੀਂ ਕਰਨ 'ਚ ਸਮਰੱਥ ਨਹੀਂ ਹੁੰਦੇ ਹਾਂ। ਸੋ ਇਹ ਪਾਕਿਸਤਾਨ, ਬੰਗਲਾਦੇਸ਼, ਭਾਰਤ, ਸ਼੍ਰੀਲੰਕਾ ਸਾਡੀ ਪ੍ਰੋਬਲਮ ਹੈ ਕਿ ਅਸੀਂ ਇਨਫਰਾਸਟ੍ਰਕਚਰ ਜਾਂ ਸਪੋਰਟਸ ਨੂੰ ਉਨਾ ਉਤਸ਼ਾਹਿਤ ਜਾਂ ਆਪਣੇ ਬਜਟ 'ਚ ਜਾਂ ਆਪਣੀ ਟ੍ਰੇਨਿੰਗ 'ਚ ਜਾਂ ਸਕੂਲ ਲੈਵਲ ਤੇ ਬੱਚਿਆਂ ਨੂੰ ਟ੍ਰੇਨ ਕਰਨ 'ਚ ਉਨਾ ਜ਼ੋਰ ਨਹੀਂ ਦਿੰਦੇ ਆ ਜਿੰਨਾ ਕਿ ਵੈਸਟਰਨ ਕੰਟਰੀਜ਼ ਜਾਂ ਅਮਰੀਕਾ ਜਿਹੜਾ ਹੈ ਉਹ ਦਿੰਦਾ ਹੈ। ਸੋ ਇਹ ਇੱਕ ਕਾਰਨ ਹੈ। ਪਰ ਇੱਕ ਇਹਦੇ 'ਚ ਹੋਰ ਗੱਲ ਹੈ ਦਾਵੜਾ ਜੀ ਕਿ ਸਾਡਾ ਮੈਂ ਦੇਖਿਆ ਕਿ ਇਸ ਵਾਰ ਰਿਲੇ 4x400 ਮੀਟਰ ਰਿਲੇ ਰੇਸ 'ਚ ਉਹਦੇ 'ਚ ਜਿੰਨੇ ਵੀ ਪਲੇਅਰ ਸੀ ਉਹ ਆਰਮੀ ਦੇ ਸੀ ਜੀ। ਜਿਹੜਾ ਮੈਡਲ ਜਿੱਤਿਆ ਨੀਰਜ ਚੋਪੜਾ ਨੇ, ਇਹ ਵੀ ਜਿਹੜਾ ਹੈ ਉਹ ਆਰਮੀ 'ਚ ਸੀ। ਬਿਲਕੁਲ। ਆਰਮੀ 'ਚ ਕੋਲ ਕੀ ਸੀ? ਪਹਿਲਾਂ ਅਸੀਂ ਮਿਲਖਾ ਸਿੰਘ ਦੇਖਿਆ, ਪਾਨ ਸਿੰਘ ਤੋਮਰ ਦੀ ਆਪਾਂ ਗੱਲ ਕਰ ਲਈਏ ਟਰੈਕ ਐਂਡ ਫੀਲਡ 'ਚ ਜਿਨ੍ਹਾਂ ਨੇ ਆਪਣਾ ਨਾਮਣਾ ਖੱਟਿਆ। ਆਰਮੀ ਕੋਲ ਟ੍ਰੇਨਿੰਗ ਫੈਸਿਲਿਟੀਜ਼ ਹੁੰਦੀਆਂ, ਟਾਈਮ ਹੁੰਦਾ, ਡਾਈਟ ਹੁੰਦੀ। ਇਸ ਕਰਕੇ ਜਿਹੜਾ ਹੈ ਸਾਡਾ ਪਹਿਲਾਂ ਟੈਲੈਂਟ ਪੂਲ ਜਿਹੜਾ ਸੀ ਉਹ ਆਰਮੀ ਤੋਂ ਆਉਂਦਾ ਸੀ। ਅੱਜ ਵੀ
ਜਿੱਦਾਂ ਪ੍ਰਧਾਨ ਮੰਤਰੀ ਹੋਰਾਂ ਨੇ ਵੀ ਕਿਹਾ ਸੀ ਕਿ ਜੇ ਆਰਮੀ ਵੱਲ ਤੋਂ ਕੋਸ਼ਿਸ਼ ਕਰੀਏ ਕਿ ਅਸੀਂ 올림픽 'ਚ ਮੈਡਲ ਜਿੱਤਣੇ ਆ, ਉਹਨਾਂ ਨੂੰ ਜ਼ਿਆਦਾ ਟ੍ਰੇਨਿੰਗ ਦਈਏ, ਉੱਥੇ ਟੈਲੈਂਟ ਪੂਲ ਜ਼ਿਆਦਾ ਹੈ, ਉਹਨਾਂ ਨੂੰ ਨਰਸ ਕਰਨ ਦੀ ਜ਼ਰੂਰਤ ਜ਼ਿਆਦਾ ਹੈ। ਪੈਸਾ ਵਜੇ ਸਰਕਾਰਾਂ ਨਹੀਂ ਨਾ ਖਰਚਦੀਆਂ। ਦੇਖੋ ਇੱਕ ਮਿਲੀ ਸਭ ਤੋਂ ਵੱਡੀ ਗੱਲ ਹੈ, ਮੈਂ ਤੁਹਾਨੂੰ ਇੱਕ ਦੱਸਦਾ ਵੀ ਸਰਕਾਰ ਨੇ ਜੇ ਅਗਰ ਪ੍ਰਤੀ ਵਿਅਕਤੀ ਖਰਚ ਦੇਖਿਆ ਜਾਵੇ ਭਾਰਤ ਦੇ ਵਿੱਚ ਤਾਂ 3 ਪੈਸੇ ਸਾਲਾਨਾ ਸਪੋਰਟਸ ਦੇ ਉੱਤੇ ਖਰਚ ਆ ਰਿਹਾ। 3 ਪੈਸੇ ਰੋਜ਼ ਦੇ ਹਿਸਾਬ ਦੇ ਨਾਲ ਸਪੋਰਟਸ ਦੇ ਉੱਤੇ ਅਸੀਂ ਖਰਚ ਕਰਦੇ ਹਾਂ। ਦੂਸਰੇ ਪਾਸੇ ਜੇ ਅਸੀਂ ਚੀਨ ਦੀ ਐਗਜ਼ਾਮਪਲ ਦਿੰਨੇ ਆ, ਚੀਨ ਦੇ ਵਿੱਚ ਪ੍ਰਤੀ ਵਿਅਕਤੀ 6 ਰੁਪਏ 61 ਪੈਸੇ ਜਿਹੜੇ ਹੈ ਉਹ ਸਪੋਰਟਸ ਦੇ ਉੱਤੇ ਖਰਚੇ ਜਾ ਰਹੇ ਨੇ। ਇਹ ਕਿਤੇ ਨਾ ਕਿਤੇ ਤਾਂ ਇਹ ਚੀਜ਼ਾਂ ਵੀ ਤਾਂ ਕਾਇਮ ਰਹੇ। ਸਾਡਾ ਬਜਟ ਹੀ ਬੜਾ ਥੋੜਾ ਜਿਹਾ ਹੁੰਦਾ ਹੈ। ਉਸ ਬਜਟ ਦੇ ਵਿੱਚ ਦੇਖੋ ਪਿਛਲੀ ਵਾਰ ਦੇ ਬਜਟ ਨਾਲੋਂ ਅਸੀਂ 200 ਕਰੋੜ ਰੁਪਏ ਦਾ ਬਜਟ ਇਸ ਸਾਲ ਘਟਾ ਹੀ ਦਿੱਤਾ ਸਪੋਰਟਸ ਦੇ ਉੱਤੇ। ਫਿਰ ਅਸੀਂ ਸਪੋਰਟਸ ਦੇ ਵਿੱਚੋਂ ਮੈਡਲ ਦੀ ਕਿਸ ਤਰ੍ਹਾਂ ਉਮੀਦ ਕਰ ਸਕਦੇ? ਠੀਕ ਹੈ ਤੁਹਾਡੀ ਗੱਲ। ਉਹ ਘਰ ਵਾਲੇ ਕਹਿੰਦੇ ਨੇ ਜੇ ਕੋਈ ਖੇਡਦਾ ਕਿ ਪੜੋਗੇ ਲਿਖੋਗੇ ਬਣੋਗੇ ਨਵਾਬ, ਖੇਲੋਗੇ ਕੂਦੋਗੇ ਹੋਗੇ ਖਰਾਬ। ਘਰ ਦੇ ਵੀ ਨਹੀਂ ਚਾਹੁੰਦੇ ਕਿ ਤੁਸੀਂ ਖੇਡਾਂ 'ਚ ਪਾਰਟਿਸਿਪੇਸ਼ਨ ਕਰੋ। ਕਾਰਨ ਇਹ ਹੈ ਕਿ ਖੇਡਾਂ 'ਚ ਤੁਹਾਡਾ ਭਵਿੱਖ ਸਿਕਿਉਰ ਵੀ ਹੈ। ਸਿਕਿਉਰ ਇਸ ਕਰਕੇ ਨਹੀਂ ਕਿ ਤੁਸੀਂ ਖੇਡਾਂ 'ਚ ਤੁਹਾਨੂੰ ਮਿਲਣਾ ਕੀ ਹੈ ਜੀ। ਜਦ ਤੱਕ ਅਸੀਂ ਖਿਡਾਰੀਆਂ ਨੂੰ ਉਤਸ਼ਾਹਿਤ ਨਹੀਂ ਕਰਦੇ, ਜਿੱਦਾਂ ਹੁਣ ਥੋੜਾ ਜਿਹਾ ਮਾਹੌਲ ਬਣ ਰਿਹਾ ਹੈ ਕਿ ਸਮਾਜ ਨੂੰ ਘਰਦਿਆਂ ਨੂੰ ਇਹ ਲੱਗੇ ਕਿ ਜੇ ਸਪੋਰਟਸ ਪਾਰਟਿਸਿਪੇਸ਼ਨ ਕਰਦਾ ਹੈ ਤਾਂ ਕੋਈ ਐਡੀ ਵੱਡੀ ਗੱਲ ਨਹੀਂ ਹੈ, ਉਹਦੇ 'ਚ ਵੀ ਕੈਰੀਅਰ ਬਣਾਉਣ ਦੀਆਂ ਸੰਭਾਵਨਾਵਾਂ ਹੈ। ਸਿਰਫ ਨੀਟ ਜਾਂ JEE ਜਾਂ ਕਲੈਟ ਦਾ ਟੈਸਟ ਪਾਸ ਕਰਕੇ ਨਹੀਂ ਤੁਸੀਂ ਆਪਣਾ ਜੀਵਨ ਸੌਖਾ ਕਰ ਸਕਦੇ। ਤੁਸੀਂ ਜੇ ਸਪੋਰਟਸ ਜਾਓ, ਉਹ ਵੀ ਤੁਹਾਡੇ ਲਈ ਇੱਕ ਸੌਖਾ ਤੇ ਚੰਗਾ ਲਾਈਫ ਸਟਾਈਲ ਗੁਜ਼ਾਰਨ ਦਾ ਤਰੀਕਾ ਬਣ ਸਕਦਾ ਹੈ। ਇਹਦੇ ਲਈ ਪੈਸੇ ਦੀ ਜ਼ਰੂਰਤ ਹੈ, ਜਿੱਦਾਂ ਤੁਸੀਂ ਕਿਹਾ। ਜੇ ਖਿਡਾਰੀਆਂ ਨੂੰ ਇਹ ਲੱਗੇ ਕਿ ਖੇਡਣ ਨਾਲ ਉਹਨਾਂ ਦਾ ਕੈਰੀਅਰ ਬਣ ਸਕਦਾ ਤਾਂ ਕਿਉਂ ਨਹੀਂ ਵੱਧ ਤੋਂ ਵੱਧ ਟੈਲੈਂਟ ਪੂਲ ਜਿਹੜਾ ਹੈ ਖੇਡਾਂ 'ਚ ਆਊਗਾ। ਹੁਣ ਜੇ ਨੌਕਰੀਆਂ ਮਿਲਦੀਆਂ ਉਹਨਾਂ ਨੂੰ ਪ੍ਰਮੋਟ ਕੀਤਾ ਜਾਂਦਾ ਹੈ, ਉਹਨਾਂ ਨੂੰ ਜਿੱਦਾਂ ਹੁਣ ਸਰਕਾਰ ਉਹਨਾਂ ਤੇ ਪੈਸੇ ਨਿਛਾਵਰ ਕਰਦੀ ਹੈ, ਭਾਵੇਂ ਕਿ ਉਹਨਾਂ ਦੇ ਆਪਣੇ ਪੋਲੀਟੀਕਲ ਰੀਜ਼ਨਸ ਨੇ ਕਿ ਹੁਣ ਉਹ ਜਿਹੜੇ ਹੈ ਡੋਲੇ 10-10 ਕੇ ਫੋਟੋਆਂ ਖਿਚਵਾ ਰਹੇ ਹੈ ਕਿ ਅਸੀਂ ਐਂ ਕੀਤਾ ਸੀ, ਅਸੀਂ ਐਂ ਕੀਤਾ ਸੀ, ਤੇ ਹਰ ਬੰਦਾ ਮਾਣ ਮਹਿਸੂਸ ਕਰਦਾ ਹੈ। ਪਰ ਤੁਸੀਂ ਅੰਦਾਜ਼ਾ ਲਾ ਲਓ ਕਿ ਰਾਣੀ ਰਾਮਪਾਲ ਵਰਗੀਆਂ ਖਿਡਾਰਨਾਂ, ਉਹਦਾ ਬੰਦਨਾ ਕਟਾਰੀਆ ਵਰਗੀਆਂ ਖਿਡਾਰਨਾਂ, ਇਹ ਸਾਰੇ ਜਿਹੜੇ ਹੈ ਤੁਸੀਂ ਦੇਖਿਆ ਹੋਣਾ ਕਿ ਜਦੋਂ ਵੀ ਮੈਚ ਚੱਲਦਾ ਸੀ ਇਹਨਾਂ ਦੇ ਘਰ-ਬਾਰ ਦੇਖੇ ਹੋਣੇ, ਇਹਨਾਂ ਦਾ ਗੈਸਟ ਰੂਮ, ਇਹਨਾਂ ਦੇ ਲਿਵਿੰਗ ਰੂਮ ਦੇਖੇ, ਉਹ ਆਮ ਸਧਾਰਨ ਪਰਿਵਾਰਾਂ 'ਚੋਂ ਆਉਣ ਵਾਲੇ ਬੰਦੇ ਆ ਸਾਰੇ, ਜਿਨ੍ਹਾਂ ਨੇ ਅੱਜ ਭਾਰਤ ਦੀ ਹਾਕੀ ਟੀਮ 'ਚ ਵੀ ਤੇ ਹੋਰ ਜਿਹੜੇ ਖੇਡਾਂ 'ਚ ਵੀ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ, ਤੇ ਹੋਰ ਵੀ ਉਹ ਤੋਂ ਵੀ ਜਿਹੜਾ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਬੰਦੇ ਆ, ਸਿਰਫ ਇਸ ਕਰਕੇ ਕਿ ਉਹਨਾਂ ਨੂੰ ਲੱਗਦਾ ਸੀ ਕਿ ਇੱਥੇ ਅਸੀਂ ਆਪਣਾ ਭਵਿੱਖ ਬਣਾ ਸਕਦੇ ਹਾਂ। ਦੂਸਰੀ ਗੱਲ ਇੱਕ ਹੋਰ ਵੀ ਤਾਂ ਹੈ ਨਾ ਰਾਣਾ ਜੀ, ਵੀ ਜੇ ਸਾਡੇ ਕੋਲ, ਤੁਹਾਡੀ ਬਿਲਕੁਲ ਗੱਲ ਸਹੀ ਹੈ ਵੀ ਸਾਡੇ ਕੋਲ ਹੋਰ ਕੋਈ ਆਪਸ਼ਨ ਨਹੀਂ ਹੈ। ਪਹਿਲੇ 4-4 5-5 ਬੱਚੇ ਹੁੰਦੇ ਸੀ, ਬੱਚੇ ਇੱਕ ਹੈ। ਅਗਲਾ ਹਰੇਕ ਕੋਈ ਚਾਹੁੰਦਾ ਵੀ ਮੇਰੇ ਬੱਚੇ ਦਾ ਭਵਿੱਖ ਜਿਹੜਾ ਹੈ ਉਹ ਸਿਕਿਉਰ ਰਹੇ। ਇਸ ਪਾਸੇ ਇੰਨੇ ਪੈਸੇ ਇਸ ਵਕਤ ਜਦੋਂ ਬੰਦਾ ਮੈਡਲ ਜਿੱਤ ਕੇ ਲੈ ਕੇ ਆਉਂਦਾ ਹੈ ਤਾਂ ਸਰਕਾਰ ਜਿਹੜਾ ਹੈ, ਚਾਹੇ ਤੁਸੀਂ ਕਿਹਾ ਵੀ ਆਪਣੇ ਪੋਲੀਟੀਕਲ ਕੁਛ ਲੈ ਕੇ ਇਸ਼ੂਜ਼ ਲੈ ਕੇ ਉਹਨਾਂ ਕਰਕੇ ਉਹਨਾਂ ਨੂੰ ਦਿੰਦੇ ਆ ਪੈਸੇ ਇੰਨੇ। ਇਹੀ ਅਗਰ ਕੁਛ ਉਹਨਾਂ ਦੀ ਪਹਿਲੇ ਟੈਲੈਂਟ ਪਛਾਣ ਕੇ ਉਹਨਾਂ ਦੇ ਟੈਲੈਂਟ ਦੇ ਉੱਤੇ ਪਹਿਲਾਂ ਹੀ ਖਰਚ ਕਰ ਦਿੱਤਾ ਜਾਵੇ ਪੈਸਾ ਜਿੱਤ ਕੇ, ਤਾਂ ਉਹਨਾਂ ਨੂੰ ਬਹੁਤ ਸਾਰੇ ਕੰਪਨੀਆਂ ਦੇਣਗੀਆਂ, ਬਹੁਤ ਸਾਰੀਆਂ ਜੌਬਸ ਉਹਨਾਂ ਨੂੰ ਮਿਲ ਸਕਦੀਆਂ। ਪਹਿਲੇ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਦੀ ਸਿਕਿਉਰਿਟੀ ਕਰ ਦਿੱਤੀ ਜਾਵੇ ਤਾਂ ਕਿਤੇ ਨਾ ਕਿਤੇ ਤਾਂ ਵਧੀਆ ਭਵਿੱਖ ਜਿਹੜਾ ਆ ਸਕਦਾ, ਹੋਰ ਟੈਲੈਂਟ ਨਿਖਰ ਕੇ ਆ ਸਕਦਾ ਹੈ। ਲੋਕ ਜਿਹੜੇ ਮਾਂ-ਬਾਪ ਹੈ ਉਹ ਵੀ ਜਿਹੜੇ ਹੈ ਉਹ ਆਰਾਮ ਦੇ ਨਾਲ ਆਪਣੇ ਬੱਚਿਆਂ ਨੂੰ ਸਪੋਰਟਸ ਦੇ ਵਿੱਚ ਲਿਜਾ ਸਕਦੇ ਆ। ਤੁਸੀਂ ਦੇਖੋ ਸਕੂਲ ਲੈਵਲ ਤੇ ਅੱਜ ਹਰੇਕ ਬੰਦੇ ਨੂੰ ਪਤਾ ਹੈ ਕਿ ਅਗਲੇ ਸਾਲ ਨੀਟ ਦਾ ਟੈਸਟ ਹੋਣਾ, ਜਿੱਦਾਂ ਮੈਂ ਕਿਹਾ, ਜਾਂ JEE ਦਾ ਟੈਸਟ ਹੋਣਾ, ਉਹ ਸਾਲ ਪਹਿਲਾਂ ਤਿਆਰੀ ਕਰਦੇ ਆ, ਕੋਚਿੰਗ ਸੈਂਟਰ ਖੋਲ੍ਹਦੇ ਆ, ਇਸ ਕਰਕੇ ਕਿ ਉੱਥੇ ਭਵਿੱਖ ਲੱਗਦਾ ਹੈ। ਸਾਨੂੰ ਨਹੀਂ ਪਤਾ ਹੁੰਦਾ ਕਿ ਸਾਡਾ ਜਦ ਸਟੇਟ ਲੈਵਲ ਦਾ ਕੰਪੀਟੀਸ਼ਨ ਹੋਣਾ, ਕਿ ਜਿਹੜੀ ਡਿਸਟ੍ਰਿਕਟ ਲੈਵਲ ਦੀ ਟੀਮ ਚੁਣੀ ਜਾਣੀ, ਉਹਦਾ ਟ੍ਰਾਇਲ ਕਿੱਥੇ ਹੋਣਾ, ਕੌਣ ਟ੍ਰਾਇਲ ਲੈਂਦਾ, ਕਦੋਂ ਹੋਣਾ, ਕਦੋਂ ਦੀ ਐਡਵਰਟਾਈਜ਼ਮੈਂਟ ਹੁੰਦੀ, ਕਿਸੇ ਨੂੰ ਪਤਾ ਹੀ ਨਹੀਂ ਕੁਝ। ਉਹ ਜੋ ਵੀ ਹੁੰਦਾ ਹੈ ਕਿਹਨਾਂ ਕਾਰਨਾਂ ਕਰਕੇ, ਉਹਦੇ ਸਿਆਸੀ ਕਾਰਨ ਵੀ ਬੜੇ ਨੇ ਕਿ ਹਰੇਕ ਬੰਦੇ ਨੂੰ ਐਂ ਲੱਗਦਾ ਕਿ ਯਾਰ ਤੂੰ ਮੇਰੇ ਬੰਦਿਆਂ ਨੂੰ 2-4 ਪਾ ਲੈ, 2-4 ਤੁਸੀਂ ਜਾਇਓ 올림픽 ਖੇਡ ਆਓ। ਜਿੱਦਾਂ ਅਸੀਂ ਚੱਕ ਦੇ ਇੰਡੀਆ 'ਚ ਦੇਖਿਆ ਸੀ, ਉਹ ਕੁੜੀਆਂ ਦੀ ਟੀਮ ਜਾਂਦੀ ਨਹੀਂ ਸੀ, ਉਹ ਕਹਿੰਦਾ ਕਿ ਯਾਰ ਖੇਡਣਾ ਹੈ ਤੁਸੀਂ ਜਾਇਓ, ਘੁੰਮ ਫਿਰ ਆਓ, ਟੂਰ ਲਾਇਓ, 1-2 ਬੰਦੇ ਸਾਡੇ ਲੈ ਜਾਓ, 2 ਆਪਣੇ ਪਾ ਲਓ, ਗੱਲ ਮਖਾਓ। ਸਾਡਾ ਕਲਚਰ ਸਿਰਫ ਇੰਨਾ ਹੋ ਗਿਆ ਸੀ ਕਿ ਸਪੋਰਟਸ 'ਚ ਬਹੁਤਾ ਕੁਝ ਹੈ। ਸੋ ਜੇ ਸ਼ੁਰੂਆਤ ਤੋਂ ਸਕੂਲ ਲੈਵਲ ਤੇ ਕਾਲਜ ਲੈਵਲ ਤੇ ਉਸ ਟੈਲੈਂਟ ਨੂੰ ਨਰਸ ਕੀਤਾ ਜਾਵੇ, ਟੈਲੈਂਟ ਪੂਲ ਬਹੁਤ ਹੈ। ਤਾਂ ਐਡੀ ਵੱਡੀ ਗੱਲ ਨਹੀਂ ਹੈ ਕਿ ਜਿਹੜੀ ਕਿਹਾ ਜਾਂਦਾ ਸੀ ਕਿ ਸ਼ਾਇਦ ਸਾਡੇ ਕਿਤੇ DNA 'ਚ ਹੀ ਕਮੀ ਹੈ ਕਿ ਅਸੀਂ ਮੈਡਲ ਨਹੀਂ ਜਿੱਤ ਸਕਦੇ। ਸੋ ਉਹ ਗੱਲਾਂ ਨਹੀਂ ਹੈ। ਟ੍ਰੇਨਿੰਗ ਨਾਲ, ਫੈਸਿਲਿਟੀਜ਼ ਨਾਲ ਹਰੇਕ ਚੀਜ਼ ਜਿਹੜੀ ਹੈ ਉਹ ਹੋ ਸਕਦੀ ਹੈ। ਚਾਈਨਾ ਨੂੰ ਦੇਖੋ ਅੱਜ ਅਸੀਂ ਕਿੱਥੇ ਪਹੁੰਚ ਗਏ। ਬਿਲਕੁਲ ਬਹੁਤ ਵੱਡਾ ਭਵਿੱਖ ਹੈ ਅਗਰ ਗੱਲ ਕੀਤੀ ਜਾਵੇ ਸਪੋਰਟਸ ਦੇ ਵਿੱਚ। ਭਾਰਤ ਦੇ ਵਿੱਚ ਬਹੁਤ ਟੈਲੈਂਟ ਹੈ, ਲੇਕਿਨ ਟੈਲੈਂਟ ਨੂੰ ਜਿਹੜਾ ਛੁਪਿਆ ਟੈਲੈਂਟ ਹੈ ਉਹਨੂੰ ਪਹਿਚਾਣ ਕੇ ਅੱਗੇ ਲਿਆਉਣ ਦੀ ਜ਼ਰੂਰਤ ਹੈ। ਅਦਰਵਾਈਜ਼ ਐਸੀ ਕੋਈ ਜ਼ਰੂਰਤ, ਐਸੀ ਕੋਈ
ਸੰਭਾਵਨਾ ਜਾਂ ਐਸੇ ਕੋਈ ਕਾਰਨ ਨਹੀਂ ਹੈ ਕਿ ਭਾਰਤ ਜਿਹੜਾ ਹੈ ਮੈਡਲ ਨਹੀਂ ਜਿੱਤ ਸਕਦਾ। ਹਾਂ, ਸਾਡੀ ਖੁਸ਼ੀ ਇਸ ਦੇ ਵਿੱਚ ਹੀ ਪੂਰੀ ਹੋ ਜਾਂਦੀ ਹੈ ਕਿ ਸਾਡੇ ਪੜੋਸੀ ਪਾਕਿਸਤਾਨ ਨੇ ਕੋਈ ਮੈਡਲ ਨਹੀਂ ਜਿੱਤਿਆ, ਅਸੀਂ ਤਾਂ ਫਿਰ ਵੀ 7 ਮੈਡਲ ਜਿੱਤਿਆ, ਜਦਕਿ ਦੂਸਰੇ ਪਾਸੇ ਅਸੀਂ ਇਹ ਨਹੀਂ ਦੇਖਦੇ ਕਿ ਸਾਡਾ ਚੀਨ ਵੀ ਪੜੋਸੀ ਹੈ, ਉਹ ਵਿਸ਼ਵ ਦੇ ਵਿੱਚ ਇਸ ਵਕਤ ਦੂਸਰੇ ਨੰਬਰ ਦੇ ਉੱਤੇ, USA ਤੋਂ ਬਾਅਦ ਦੂਸਰੇ ਨੰਬਰ ਤੇ ਮੈਡਲ ਜਿੱਤਣ ਵਾਲਿਆਂ ਦੀ ਸਥਿਤੀ ਦੇ ਵਿੱਚ ਆਇਆ ਹੈ। ਸਾਨੂੰ ਕਿਤੇ ਨਾ ਕਿਤੇ ਤਾਂ ਸੋਚਣਾ ਪਏਗਾ। 135 ਕਰੋੜ ਦੀ ਆਬਾਦੀ ਥੋੜੀ ਨਹੀਂ ਹੁੰਦੀ, ਤੇ 135 ਕਰੋੜ ਤੋਂ ਅਸੀਂ ਸਿਰਫ 127 ਖਿਡਾਰੀਆਂ ਨੂੰ ਬਾਹਰ ਭੇਜਿਆ ਹੈ, ਭਾਵ 1 ਕਰੋੜ ਮਗਰ 1 ਖਿਡਾਰੀ। ਇਹ ਜਿਹੜੀ ਗਿਣਤੀ ਹੈ ਵਧਾਣੀ ਪਏਗੀ, ਤਾਂ ਹੀ ਮੈਡਲਾਂ ਦੀ ਗਿਣਤੀ ਵਧੇਗੀ। ਤੇ ਗਿਣਤੀ ਵਧਾਉਣ ਦੇ ਲਈ, ਜਿਸ ਤਰ੍ਹਾਂ ਰਾਣਾ ਜੀ ਨੇ ਕਿਹਾ, ਇਹ ਗ੍ਰਾਸ ਰੂਟ ਤੋਂ ਜਿਹੜੇ ਹੈ ਉਹ ਖਿਡਾਰੀ ਪਹਿਚਾਣ ਕੇ ਉਹਨਾਂ ਨੂੰ ਪੂਰੀ ਤਰ੍ਹਾਂ ਸਿਕਿਉਰ ਕਰਨਾ ਪਏਗਾ, ਜੌਬ ਸਿਕਿਉਰਿਟੀ ਤੱਕ ਦੇਣੀ ਪਏਗੀ, ਤਾਂ ਹੀ ਕਿਤੇ ਨਾ ਕਿਤੇ ਜਿਹੜਾ ਸਪੋਰਟਸ ਦਾ ਭਵਿੱਖ ਵਧੀਆ ਹੋ ਸਕਦਾ। ਰਾਣਾ ਜੀ ਹੁਣ ਲੈਂਦੇ ਆ ਅਗਲੀ ਖਬਰ, ਗੱਲ ਕਰਾਂਗੇ ਪੰਜਾਬ ਦੇ ਹਾਲਾਤਾਂ ਦੇ ਉੱਤੇ, ਕਿਉਂਕਿ ਸਿਆਸਤ ਦੇ ਨਾਲ ਜੁੜੀ ਹੋਈ ਹੈ, ਕਿਉਂਕਿ ਕਾਫੀ ਕੁਝ ਗੇਮਾਂ ਦੇ ਵਿੱਚ ਵੀ ਸਿਆਸਤ ਹੀ ਚੱਲਦੀ ਹੈ। ਇਹ ਸਿਆਸਤ, ਅੱਜ ਪੰਜਾਬ ਦੀ ਸਿਆਸਤ ਦੀ ਗੱਲ ਕਰਾਂਗੇ। ਪੰਜਾਬ ਦੇ ਵਿੱਚ ਇੱਕ ਸਿਆਸਤ ਕਦੀ ਹੁੰਦੀ ਸੀ, ਰੋਜ਼ਗਾਰ ਦੇ ਉੱਤੇ ਸਿਆਸਤ ਹੁੰਦੀ ਸੀ, ਕਦੀ ਚੱਲਿਆ ਸੀਗਾ ਵੀ ਬਰਗਾੜੀ ਕਾਂਡ ਹੋ ਗਿਆ ਜੀ, ਇਹਦੇ ਉੱਤੇ ਸਿਆਸਤ ਚੱਲੀ ਸੀ, ਕਿਤੇ ਕਦੀ ਹੋ ਜਾਂਦਾ ਜੀ ਇੱਥੇ ਜਿਹੜੀ ਹੈਗੀ ਹੈ ਹੈਲਥ ਫੈਸਿਲਿਟੀਜ਼ ਪੂਰੀ ਨਹੀਂ ਹੈ, ਇਹਦੇ ਉੱਤੇ ਸਿਆਸਤ ਚੱਲਦੀ ਹੈ। ਅੱਜ ਇੱਕ ਨਵੇਂ ਜਿਹੜਾ ਹੈ ਸਿਆਸਤ ਦਾ ਇਸ਼ੂ ਬਣ ਚੁੱਕਿਆ, ਜਿਹਨੇ ਸਾਰੇ ਇਸ਼ੂ ਖਤਮ ਕਰ ਦਿੱਤੇ ਆ। ਉਹ ਸਿਆਸਤ ਹੋ ਗਈ ਬਿਜਲੀ ਦੀ ਸਿਆਸਤ। ਬਿਜਲੀ ਦੇ ਉੱਤੇ ਜਦੋਂ ਕੇਜਰੀਵਾਲ ਸਾਹਿਬ ਆਏ ਸੀਗੇ ਪੰਜਾਬ ਦੇ ਦੌਰੇ ਤੇ, ਉਹਨਾਂ ਨੇ ਕਿਹਾ ਸੀ ਮੈਂ 300 ਯੂਨਿਟ ਜਿਹੜੇ ਹਰੇਕ ਘਰ ਨੂੰ ਮਾਫ ਕਰ ਦਾਂਗਾ। ਮਹੀਨੇ ਦੇ ਵਿੱਚ 2 ਮਹੀਨੇ 'ਚੋਂ ਦੱਸ ਕੇ ਨਹੀਂ ਸੀਗੇ, ਲੇਕਿਨ ਕਿਹਾ ਸੀ ਵੀ 300 ਯੂਨਿਟ ਮਾਫ ਕਰ ਦਾਂਗਾ। ਉਸ ਤੋਂ ਬਾਅਦ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਬਾਦਲ ਸਾਹਿਬ ਨੇ ਕਹਿ ਦਿੱਤਾ, ਲਓ ਜੀ ਮੈਂ 400 ਯੂਨਿਟ ਮਾਫ ਕਰ ਦਾਂਗਾ। ਬੋਲੀ ਵੱਧ ਗਈ। ਹਾਂ ਬਿਲਕੁਲ, ਉਧਰ ਬੋਲੀ ਦੇ ਵਿੱਚ ਤੀਜੀ ਕਾਂਗਰਸ ਸ਼ਾਮਲ ਹੋ ਗਈ ਵੀ ਅਗਰ ਸਾਨੂੰ ਜਿਤਾ ਦਿੰਦੇ ਹੋ ਤਾਂ 3 ਰੁਪਏ ਯੂਨਿਟ ਜਿਹੜਾ ਹੈ ਅਸੀਂ ਉਹ ਜਿਹੜਾ ਬਿਜਲੀ ਤੁਹਾਨੂੰ ਅਗਲੀ ਵਾਰ ਤੋਂ ਦਾਂਗੇ। ਇਸੇ ਤਰ੍ਹਾਂ ਹੋਰ ਵੀ ਹਲੇ ਬੀਜੇਪੀ ਨੇ ਆਪਣੇ ਇਸ਼ੂ ਨਹੀਂ ਦੱਸਿਆ ਵੀ ਉਹ ਵੀ ਕੀ ਕਰਨਗੇ। ਲੇਕਿਨ ਇੱਕ ਗੱਲ ਮੈਂ ਕਰਾਂ, ਮੈਂ ਕਾਂਗਰਸ ਤੋਂ ਸਟਾਰਟ ਕਰਦਾ, ਪਹਿਲੇ ਫ੍ਰੀ ਵਾਲਾ ਕੰਮ ਖਤਮ ਕਰਦਾ। ਸਿੱਧੂ ਸਾਹਿਬ ਪ੍ਰਧਾਨ ਬਣ ਗਏ, ਉਹਨਾਂ ਦੀ ਤਮੰਨਾ ਪੂਰੀ ਹੋ ਗਈ, ਐਂਬੀਸ਼ੀਅਸਨੈਸ ਜੋ ਉਹਨਾਂ ਦੀ ਸੀ ਉਹ ਪੂਰੀ ਹੋ ਗਈ। ਉਸ ਤੋਂ ਬਾਅਦ ਉਹ ਕਿਹੜਾ ਬਰਗਾੜੀ ਕਾਂਡ ਤੇ ਕਿਹੜਾ ਜਿਨ੍ਹਾਂ ਮੁੱਦਿਆਂ ਦੇ ਉੱਤੇ ਪ੍ਰਧਾਨ ਬਣਿਆ, ਉਹ ਤਾਂ ਉਹਨਾਂ ਨੇ ਟੱਚ ਹੀ ਨਹੀਂ ਨਾ ਕੀਤੇ ਵੀ ਕੀ ਹੈ ਕੀ ਨਹੀਂ ਕਰਨਾ। ਉਹਨਾਂ ਨੇ ਪਹਿਲਾ ਮੁੱਦਾ ਲਿਆ ਬਿਜਲੀ ਦਾ, ਕਿਉਂਕਿ ਉਹਨਾਂ ਨੇ ਵੀ ਉਹ ਬਲਦੀ ਦੇ ਵਿੱਚ ਤੇਲ ਪਾਇਆ ਵੀ ਮਾਫ ਕਰਨਾ। ਇੱਕ ਗੱਲ ਸਮਝਾਓ ਮੈਨੂੰ ਵੀ ਅੱਜ ਪੰਜਾਬ ਦੇ ਵਿੱਚ ਕਿਹਦੀ ਸਰਕਾਰ ਹੈ? ਕੀ ਉਹ ਕਾਂਗਰਸ ਦੀ ਸਰਕਾਰ ਨਹੀਂ ਹੈ? ਜੇ 3 ਰੁਪਏ ਯੂਨਿਟ ਉਹਨਾਂ ਨੇ ਦੇਣਾ ਹੀ ਹੈ ਤਾਂ ਕਿਉਂ 6 ਮਹੀਨੇ ਇੰਤਜ਼ਾਰ ਕਰਾ ਰਹੇ ਹੈ? ਉਹ ਅੱਜ ਤੋਂ ਹੀ ਕਿਉਂ ਨਹੀਂ ਕਹਿੰਦੇ ਵੀ ਮੇਰੀ ਸਰਕਾਰ ਅੱਜ ਤੋਂ ਹੀ 3 ਰੁਪਏ ਯੂਨਿਟ ਦੇਗੀ? ਦੇਖੋ ਨਾ, ਸੋਸ਼ਲ ਮੀਡੀਆ ਤੇ ਇਹੀ ਪੁੱਛਦੇ ਜਦੋਂ ਕਹਿੰਦੇ ਕਿ ਜੇ ਸਾਡੀ ਸਰਕਾਰ 20 ਆਈ ਜਾਊਗੀ ਅਸੀਂ ਬਿਜਲੀ 3 ਰੁਪਏ ਯੂਨਿਟ ਜਿਹੜੀ ਹੈ ਦੇਵਾਂਗੇ। ਉਹ ਪੁੱਛਦੇ ਕਿ ਹੁਣ ਸਰਕਾਰ ਕਿਹਦੀ ਹੈ? ਬਿਲਕੁਲ, ਹੁਣ ਪੁੱਛਣ ਵੀ ਸਵਾਲ ਬਣਦਾ ਹੈ ਵੀ ਹੁਣ ਸਰਕਾਰ ਕਿਹਦੀ ਹੈ? ਹੁਣ ਤੁਸੀਂ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਹਿ ਦੋ। ਤੁਹਾਡੀ ਇੱਕ ਗੱਲ ਮੈਨੂੰ ਹਮੇਸ਼ਾ ਯਾਦ ਹੁੰਦੀ ਹੈ ਵੀ ਇਹ ਸਿੱਧੂ ਸਾਹਿਬ ਜੋ ਮਰਜ਼ੀ ਕਹਿ ਲੈਣ, ਕਰਨਾ ਸੀਐਮ ਨੇ ਹੁੰਦਾ ਹੈ, ਤੇ ਸੀਐਮ ਨੂੰ ਤਾਂ ਪੁੱਛਿਆ ਹੀ ਨਹੀਂ ਹੋਗਾ ਕਿਉਂਕਿ 36 ਦਾ ਅੰਕੜਾ ਹੈ, ਉੱਥੇ ਤਾਂ ਪੁੱਛੀ ਹੀ ਨਹੀਂ ਵੀ 3 ਰੁਪਏ ਯੂਨਿਟ ਦੇਣੀ ਹੈ। ਜੇ ਅੱਜ ਵੀ ਦੇਖਿਓ ਨਾ, ਸਿੱਧੂ ਸਾਹਿਬ ਦਾ ਫੇਰ ਪੈ ਗਿਆ ਅੱਜ ਸੀਐਮ ਸਾਹਿਬ ਜੀ STF ਦੇ ਮਾਮਲੇ ਤੇ, ਕਿ STF ਨੇ ਜਿਹੜੀ ਰਿਪੋਰਟ ਦਿੱਤੀ ਹੈ ਉਹ ਮਜੀਠੀਆ ਸਾਹਿਬ ਦਾ ਨਾਂ ਲੈਂਦੇ ਆ ਆਪਣੇ, ਉਹਨੇ 5-6 ਟਵੀਟ ਦੀ ਥ੍ਰੈਡ ਕੀਤੀ ਹੈ ਇੱਕ ਪੂਰੀ, ਕਿ ਉਹ ਜਿਹੜੀ STF ਦੀ ਰਿਪੋਰਟ ਹਾਈ ਕੋਰਟ ਨੂੰ ਬੰਦ ਲਿਫਾਫੇ 'ਚ ਦਿੱਤੀ ਹੈ, ਉਹਦੇ ਤੇ 2 ਸਾਲ ਹੋ ਗਏ, ਕਾਰਵਾਈ ਕਿਉਂ ਨਹੀਂ ਹੋਈ? ਜੇ ਕਾਰਵਾਈ ਨਹੀਂ ਹੋ ਸਕਦੀ ਉਹਦੇ ਤੇ, ਤਾਂ ਉਸ ਰਿਪੋਰਟ ਨੂੰ ਤੁਸੀਂ ਜਨਤਕ ਕਰ ਦਿਓ। ਬਿਲਕੁਲ, ਸਿੱਧੂ ਸਾਹਿਬ ਤੇ ਕੈਪਟਨ ਸਾਹਿਬ ਦੀ ਤਾਂ ਮੈਨੂੰ ਲੱਗਦਾ ਵੀ ਬਣਨੀ ਹੈ ਨਹੀਂ, ਲੇਕਿਨ ਮੈਣੀ ਨਹੀਂ ਹੋਈ ਜਾ। ਫਿਰ ਉਹ ਇਹ ਗੱਲ ਆ ਗਈ ਨਾ, ਫਿਰ ਤੁਸੀਂ ਕਿਸ ਤਰ੍ਹਾਂ ਸਮਝਦੇ ਹੋ ਕਿ ਸਿੱਧੂ ਸਾਹਿਬ ਨੇ ਇਹ ਸੋਚ ਲਿਆ ਵੀ ਅਗਰ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਮੈਂ ਮੁੱਖ ਮੰਤਰੀ ਹੋਵਾਂਗਾ? ਦੇਖੋ, ਤੁਸੀਂ ਐਂਬੀਸ਼ੀਅਸਨੈਸ ਦੀ ਗੱਲ ਕੀਤੀ, ਉਹ ਪ੍ਰਧਾਨਗੀ ਤੱਕ ਹੀ ਸੀਮਿਤ ਨਹੀਂ ਆ, ਉਹ ਹਲੇ ਬਹੁਤ ਅੱਗੇ ਤੱਕ ਜਾਂਦਾ ਹੈ। ਤੇ ਇਸ ਦੌੜ 'ਚ ਇਸ ਮੈਡਲ ਲੈਣ ਲਈ ਵੀ ਜਿਹੜੇ ਹੈ ਉਹ ਕਈ ਜਣੇ ਪਾਰਟਿਸਪੈਂਟ ਹੈ। ਸੁਖਬੀਰ ਬਾਦਲ ਸਾਹਿਬ ਵੀ ਬੜਕਾ ਮਾਰਿਆ ਕਰਦੇ, ਭਾਰਤੀ ਜਨਤਾ ਪਾਰਟੀ ਨੂੰ ਹਲੇ ਪਤਾ ਨਹੀਂ ਕਿ ਉਹਨੇ ਖਿਡਾਰੀ ਭੇਜਣਾ ਕਿਹੜਾ ਆਪਣਾ ਜੀ। ਤੇ ਉਧਰ ਕੈਪਟਨ ਸਾਹਿਬ ਕਹਿੰਦੇ ਕਿ ਕਾਂਗਰਸ ਵੱਲ ਤੇ ਮੈਨੂੰ ਦੜਾਓ, ਮੈਂ ਸਪ੍ਰਿੰਟ ਚੰਗੀ ਲਾ ਲੈਂਦਾ, ਪਹਿਲਾਂ ਵੀ ਮੈਂ ਜਿੱਤ ਚੁੱਕਿਆ। ਤੇ ਸਿੱਧੂ ਸਾਹਿਬ ਵੀ ਤਿਆਰ ਹੈ, ਤੇ ਹੋਰ ਵੀ ਕਈ ਪਾਰਟਿਸਪੇਟ ਜਿਹੜੇ ਹੈ, ਚੁਰਨੀ ਸਾਹਿਬ ਵੀ ਮੈਦਾਨ 'ਚ ਆ ਗਏ। ਸੋ ਤੁਸੀਂ ਗੱਲ ਕਰਦੇ ਸੀ ਬਿਜਲੀ ਦੀ, ਜਾਂ ਬਿਜਲੀ ਦੀ ਆਪਾਂ ਗੱਲ ਨਾ ਵੀ ਕਰੀਏ, ਜਿਹੜਾ ਫ੍ਰੀਬੀਜ਼ ਕਲਚਰ ਹੈ ਇਹਦੀ 'ਚ ਆਪਾਂ ਗੱਲ ਕਰ ਲਈਏ, ਉਹੀ ਗੱਲ ਅੱਗੇ ਆ ਕੇ ਆਉਂਦੀ ਨਾ, ਉਹੀ ਗੱਲ ਵੀ ਪਹਿਲੇ ਅਸੀਂ ਸਿੱਧੂ ਸਾਹਿਬ ਦੀ ਗੱਲ ਕਰੀਏ ਵੀ ਇਹ ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਵੀ ਸਿੱਧੂ ਸਾਹਿਬ ਨੇ ਆਪਣੇ ਆਪ ਨੂੰ ਕਿਆ ਸਮਝ ਲਿਆ ਵੀ ਅਗਲਾ ਮੁੱਖ ਮੰਤਰੀ ਮੈਂ ਹੈਗਾ, ਵੀ ਮੈਂ ਤਾਂ ਅਨਾਉਂਸ ਕਰ ਰਹੇ ਨੇ 6 ਮਹੀਨੇ ਬਾਅਦ? ਨਹੀਂ ਤਾਂ ਸਰਕਾਰ ਤੁਹਾਡੀ ਹੈ, ਤੁਸੀਂ ਅੱਜ ਤੋਂ ਦੇ ਸਕਦੇ ਹੋ। ਵੀ ਕਿਤੇ ਨਾ ਕਿਤੇ ਉਹ ਜਿਹੜੀ ਹੈਗੀ ਹਲੇ ਉਹ ਪ੍ਰਧਾਨਗੀ ਨਾਲ, ਉਹ ਤੁਹਾਡੀ ਗੱਲ ਸਹੀ ਵੀ ਤਸੱਲੀ ਨਹੀਂ ਹੋਈ, ਹਲੇ ਉਹ ਮੁੱਖ ਮੰਤਰੀ ਪਦ ਵੱਲ ਨੂੰ ਵੀ ਦੇਖ ਰਹੇ ਨੇ। ਨਹੀਂ, ਉਹ ਹੁੰਦੀ ਨਹੀਂ। ਉਹ ਇੱਕ ਵਾਰ ਨਿਤਨ ਗਡਕਰੀ ਜੀ ਨੇ ਕਿਹਾ ਸੀ, ਉਹ ਕਹਿੰਦੇ ਜੀ ਤੁਹਾਡੀ ਤੁਸੀਂ ਕੁਛ ਬਣਨਾ ਚਾਹੁੰਦੇ ਹੋ, ਕੀ ਹੈ ਤੁਹਾਡੀ ਕਾਮਨਾ ਕੀ ਹੈ? ਕਹਿੰਦਾ ਰਾਜਨੀਤੀ ਜਿਹੜਾ ਹੈ ਉਹ ਅਸੰਤੁਸ਼ਟ ਆਤਮਾਵਾਂ ਦਾ ਖੇਲ ਹੈ। ਇਹ ਗਡਕਰੀ ਜੀ ਨੇ ਕਿਹਾ ਸੀ ਕਿ ਰਾਜਨੀਤੀ ਅਸੰਤੁਸ਼ਟ ਆਤਮਾਵਾਂ ਦਾ ਖੇਲ ਹੈ, ਕਿ ਰਾਜਨੀਤੀ 'ਚ ਇਹ ਆਤਮਾਵਾਂ ਕਦੇ ਸੰਤੁਸ਼ਟ ਨਹੀਂ ਹੋ ਸਕਦੀਆਂ। ਸੀਐਮ ਸਾਹਿਬ ਨੇ ਪਿਛਲੀ ਵਾਰ ਕਿਹਾ ਸੀ ਅਮਰਿੰਦਰ ਸਿੰਘ ਨੇ ਕਿ ਇਹ ਮੇਰੀ ਆਖਰੀ ਚੋਣ ਹੈ ਜੀ, ਤੇ ਆਤਮਾ ਉਹਨਾਂ ਦੀ ਹਲੇ ਵੀ ਸੰਤੁਸ਼ਟ ਨਹੀਂ ਹੋਈ। ਤੇ ਹੁਣ ਕਹਿੰਦੇ ਕਿ ਜਦ ਤੱਕ ਮੈਂ ਪੰਜਾਬ ਨੂੰ
ਇਹ ਦੇਖ ਨਹੀਂ ਲੈਂਦਾ ਕਿ ਸੁਰੱਖਿਅਤ ਹੱਥਾਂ 'ਚ ਹੈ। ਜਿਹਦਾ ਭੀਸ਼ਮ ਪਿਤਾਮਾ ਕਹਿੰਦਾ ਸੀ ਨਾ ਮਹਾਭਾਰਤ 'ਚ, ਬਿਲਕੁਲ ਕਿ ਜਦ ਤੱਕ ਹਸਤਨਾਪੁਰ ਜਿਹੜਾ ਹੈ ਸੁਰੱਖਿਅਤ ਹੱਥਾਂ 'ਚ ਨਹੀਂ ਆ, ਮੈਂ ਪ੍ਰਾਣ ਨਹੀਂ ਤਿਆਗਣੇ। ਉਹ ਕਹਿੰਦੇ ਵੀ ਮੈਂ ਵੀ ਸੀਐਮ ਦਾ ਅਹੁਦਾ ਨਹੀਂ ਛੱਡਣਾ ਜਦ ਤੱਕ ਮੈਨੂੰ ਐ ਨਹੀਂ ਲੱਗਦਾ ਕਿ ਪੰਜਾਬ ਜਿਹੜਾ ਹੈ ਹੁਣ ਸੁਰੱਖਿਅਤ ਹੱਥਾਂ 'ਚ ਹੈ, ਤੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਤੋਂ ਇਲਾਵਾ ਪੰਜਾਬ ਨੂੰ ਸੰਭਾਲਣ ਵਾਲਾ ਕੋਈ ਨਹੀਂ। ਸੋ ਇਹ ਜਿਹੜਾ ਤੁਸੀਂ ਬਿਜਲੀ ਦੀ ਗੱਲ ਕੀਤੀ ਹੈ, ਇਹ ਕੇਜਰੀਵਾਲ ਸਾਹਿਬ ਜਿਹੜੇ 300 ਯੂਨਿਟ ਦਾ ਛੁਰਛੁਰੀ ਛੱਡ ਗਏ ਸੀ, ਉਹ ਤੋਂ ਬਾਅਦ ਜਿੱਦਾਂ ਤੁਸੀਂ ਕਿਹਾ ਕਿ ਸੁਖਬੀਰ ਬਾਦਲ ਹੋਰੀ ਬੋਲੀ ਵਧਾਤੀ, ਹੁਣ ਕਾਂਗਰਸ ਕੋਲ ਕੀ ਸੀ, ਹੁਣ 400 ਯੂਨਿਟ ਤੋਂ ਬਾਅਦ 500 ਯੂਨਿਟ ਥੋੜਾ ਜਿਹਾ ਜਿਹੜਾ ਹੈ ਉਹ ਲੱਗਣ ਲੱਗ ਪੈਂਦਾ ਵੀ ਇੰਪ੍ਰੈਕਟੀਕਲ ਹੈ। ਭਾਵੇਂ ਕਿ ਜਦੋਂ ਸੁਖਬੀਰ ਬਾਦਲ ਹੋਰੀ 400 ਯੂਨਿਟ ਕਿਹਾ ਸੀ, ਮੈਂ ਸੋਸ਼ਲ ਮੀਡੀਆ ਦੇਖਦਾ ਸੀ ਤਾਂ ਲੋਕ ਕਹਿੰਦੇ ਸੀ ਨਹੀਂ ਯਾਰ ਸਾਨੂੰ 300 ਹੀ ਠੀਕ ਹੈ, ਸਾਡੀ 400 ਵਾਲੀ ਨਹੀਂ ਲੈਣੀ। ਉਹਨਾਂ ਦਾ ਮਤਲਬ ਸੀ ਕਿ ਤੁਸੀਂ ਪਹਿਲਾਂ ਵੀ ਬੜਾ ਕੁਝ ਕਿਹਾ ਸੀ ਕਿ ਲੈਪਟਾਪ ਦੇਵਾਂਗੇ ਬੱਚਿਆਂ ਨੂੰ, ਫਲਾਨਾ ਦੇਵਾਂਗੇ, ਧਮਕਾ ਦੇਵਾਂਗੇ। ਇਹਨਾਂ ਪਾਰਟੀਆਂ ਤੇ, ਰਵਾਇਤੀ ਪਾਰਟੀਆਂ ਤੇ ਹੁਣ ਬਹੁਤਾ ਲੋਕ ਵਿਸ਼ਵਾਸ ਨਹੀਂ ਕਰਦੇ, ਭਾਵੇਂ ਕਿ ਹੁਣ ਆਮ ਆਦਮੀ ਪਾਰਟੀ ਵੀ ਰਵਾਇਤੀ ਪਾਰਟੀਆਂ 'ਚ ਸ਼ਾਮਲ ਹੋ ਗਈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਪਰ ਜਿਹੜਾ ਫ੍ਰੀਬੀਜ਼ ਦਾ ਕਲਚਰ ਹੈ, ਜਿੱਦਾਂ ਕੈਪਟਨ ਅਮਰਿੰਦਰ ਸਿੰਘ ਨੇ 2-4 ਮਹੀਨੇ ਪਹਿਲਾਂ ਬੱਸਾਂ 'ਚ ਫ੍ਰੀ ਸਫ਼ਰ ਸ਼ੁਰੂ ਕਰ ਦਿੱਤਾ ਔਰਤਾਂ ਦਾ, ਇਹ ਫ੍ਰੀਬੀਜ਼ ਕਲਚਰ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਨੁਕਸਾਨਦਾਇਕ ਹੈ। ਹਾਂ, ਡੈਮੋਕ੍ਰੇਸੀ 'ਚ ਵੈਲਫੇਅਰ ਸਟੇਟ ਦਾ ਕਨਸੈਪਟ ਹੁੰਦਾ ਹੈ ਕਿ ਜਿਹੜਾ ਹਾਸ਼ੀਏ ਤੇ ਲੋਕ ਰਹਿੰਦੇ ਹੈ, ਜਿਹੜੇ ਲੋਕ ਸਮਰੱਥਵਾਨ ਨਹੀਂ ਹੈ, ਜਿਨ੍ਹਾਂ ਨੂੰ ਕਿ ਆਰਥਿਕ ਪ੍ਰਗਤੀ ਨੇ ਪਿੱਛੇ ਧੱਕ ਦਿੱਤਾ, ਉਹਨੂੰ ਥੋੜਾ ਜਿਹੜਾ ਹੰਦਾ ਮਾਰਨ ਦੀ ਜ਼ਰੂਰਤ ਹੁੰਦੀ ਹੈ, ਉਹਨਾਂ ਨੂੰ ਕਿਤੇ ਨਾ ਕਿਤੇ ਚੱਕਣ ਦੀ ਜ਼ਰੂਰਤ ਹੁੰਦੀ ਹੈ, ਜਿਹੜਾ ਵੈਲਫੇਅਰ ਸਟੇਟ ਦਾ ਕੰਮ ਹੈ। ਪਰ ਤੁਸੀਂ ਹਰ ਚੀਜ਼ ਫ੍ਰੀ ਕਰ ਦਿਓ। ਹੁਣ ਤੁਸੀਂ ਦੇਖੋ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜਾ ਹੈ, ਪਹਿਲਾਂ ਜ਼ਮੀਨ ਤੇ ਰੈਵਨਿਊ ਹੁੰਦਾ ਸੀ, ਥੋੜਾ ਮਾਮਲਾ ਹੁੰਦਾ ਸੀ 15-20 ਰੁਪਏ, ਜਿਹੜਾ 30 ਰੁਪਏ ਜਾਂ 60 ਰੁਪਏ 100 ਤੋਂ ਥੱਲੇ ਹਰ 6 ਮਹੀਨੇ ਮਾਮਲਾ ਜਿਹੜਾ ਹੈ ਨੰਬਰਦਾਰ ਨੂੰ, ਪਿੰਡ ਦੇ ਜ਼ਿਮੀਂਦਾਰ ਦਿੰਦੇ ਸੀ, ਉਹਦੇ ਨਾਲ ਸਟੇਟ ਨੂੰ ਇੱਕ ਰੈਵਨਿਊ ਹੁੰਦਾ ਸੀ। ਉਹ ਇੱਕ ਜ਼ਿਮੀਂਦਾਰਾਂ ਦਾ ਮਸੀਹਾ ਬਣਨ ਲਈ ਬਾਦਲ ਸਾਹਿਬ ਨੇ ਮਾਫ ਕਰਤੇ। ਉਹਦੇ ਬਾਅਦ ਸਰਕਾਰੀ ਟਿਊਬਲ ਸੀ, ਉਹ ਟਿਊਬਲਾਂ ਤੇ ਖਰਚਾ ਹੁੰਦਾ ਸੀ ਕੋਈ 5 ਰੁਪਏ ਘੰਟਾ ਜਾਂ 10 ਰੁਪਏ ਘੰਟੇ ਨਾਲ ਲੋਕ ਪਾਣੀ ਲਾ ਲੈਂਦੇ ਸੀ। ਉਹ ਫਿਰ ਜ਼ਿਮੀਂਦਾਰਾਂ ਦਾ ਮਸੀਹਾ ਬਣਨ ਦੇ ਚੱਕਰ 'ਚ ਬਾਦਲ ਸਾਹਿਬ ਨੇ ਕਿਹਾ ਕਿ ਮੈਂ ਇਹ ਸਾਰੇ ਮਾਫ ਕਰਤੇ। ਉਹਦੇ ਨਾਲ ਕੀ ਹੋ ਗਿਆ ਕਿ ਟਿਊਬਲਾਂ ਦੇ ਜਿਹਦੀ ਪਾਈਪ ਟੁੱਟ ਗਈ, ਜਿਹਦਾ ਬੋਰ ਖਰਾਬ ਹੋ ਗਿਆ, ਜਿਹਦਾ ਵੀ ਉਹ ਟਰਾਂਸਫਾਰਮਰ ਸੜ ਗਿਆ, ਮੁੜ ਕੇ ਨਹੀਂ ਲੱਗਿਆ। ਇਹ ਫ੍ਰੀਬੀਜ਼ ਦਾ ਕਲਚਰ ਇਦਾਂ ਦਾ ਹੀ ਹੈ ਕਿ ਤੁਹਾਡਾ ਹੌਲੀ ਸੱਤਿਆਨਾਸ਼ ਸ਼ੁਰੂ ਹੋ ਜਾਂਦਾ। ਤੁਹਾਨੂੰ ਹੁਣ ਤਾਂ ਲੱਗਦਾ ਕਿ ਸਾਨੂੰ ਫ੍ਰੀ ਮਿਲਦੀ ਹੈ, ਪਰ ਕੋਈ ਵੀ ਚੀਜ਼, ਬੈਂਜਾਮਿਨ ਫਰੈਂਕਲਿਨ ਕਹਿੰਦਾ ਹੁੰਦਾ ਸੀ ਅਮਰੀਕਾ ਦਾ ਕਿ 2 ਚੀਜ਼ਾਂ ਨਿਸ਼ਚਿਤ ਹੈ ਦੁਨੀਆ 'ਚ, ਇੱਕ ਮੌਤ ਤੇ ਇੱਕ ਟੈਕਸ। ਬਿਲਕੁਲ। ਸਰਕਾਰ ਕਿੱਦਾਂ ਚੱਲੂਗੀ ਜਦ ਤੱਕ ਉਹ ਆਪਣੇ ਰੈਵਨਿਊ ਰਿਸੋਰਸਿਸ ਜਿਹੜੇ ਆ, ਉਹ ਹਰ ਰੈਵਨਿਊ ਰਿਸੋਰਸਿਸ ਬੰਦ ਕਰਨ ਦਾ ਤਰੀਕਾ ਅਪਣਾ ਲੈਣ। ਬਿਲਕੁਲ। ਸੋ ਇਹ ਜਿਹੜਾ ਕਲਚਰ ਹੈ ਇਹ ਬੰਦ ਹੋਣਾ ਚਾਹੀਦਾ ਕਿ ਆਹ ਚੀਜ਼ ਫ੍ਰੀ, ਆਹ ਚੀਜ਼ ਫ੍ਰੀ, ਆਹ ਚੀਜ਼ ਫ੍ਰੀ। ਇਹਦੇ ਨਾਲ ਲੱਗਦਾ ਹੈ ਪੋਲੀਟੀਸ਼ੀਅਨਾਂ ਨੂੰ ਕਿ ਵੋਟਾਂ ਪੈ ਜਾਣੀਆਂ, ਪਰ ਮੈਨੂੰ ਲੱਗਦਾ ਨਹੀਂ ਕਿ ਵੋਟਾਂ ਪੈਂਦੀਆਂ। ਬਿਲਕੁਲ। ਲੋਕ ਬੈਟਰ ਸਰਵਿਸਿਜ਼ ਚਾਹੁੰਦੇ ਅੱਜ ਕੱਲ੍ਹ, ਫ੍ਰੀ ਸਰਵਿਸਿਜ਼ ਨਹੀਂ ਚਾਹੁੰਦੇ ਕਿ ਸਾਨੂੰ ਤੁਸੀਂ ਵਧੀਆ ਬੱਸਾਂ ਦਿਓ, ਸਾਨੂੰ ਤੁਸੀਂ ਬਿਜਲੀ ਸਪਲਾਈ ਰੈਗੂਲਰ ਦਿਓ, ਸਸਤੀ ਦਿਓ, ਬਿਲਕੁਲ, ਨਾ ਕਿ ਫ੍ਰੀ ਦਿਓ। ਬਿਲਕੁਲ। ਸੋ ਫ੍ਰੀ ਦੇ ਲਾਲਚ ਦੇ ਵਿੱਚ ਇਹ ਨਾ ਹੋਵੇ ਕਿ ਤੇ ਪੰਜਾਬ ਦੇ ਵਿੱਚ 24 ਘੰਟੇ ਫਿਰ ਬਿਜਲੀ ਜਿਹੜੀ ਆ ਆਣੀ ਹੀ ਬੰਦ ਹੋ ਜਾਵੇ। ਇਸ ਲਈ ਇਹ ਤਾਂ ਪੰਜਾਬੀਆਂ ਨੇ ਸੋਚਣਾ ਹੈ ਕਿ ਫ੍ਰੀ ਲੈਣੀ ਹੈ ਬਿਜਲੀ ਜਾਂ ਬਿਜਲੀ ਲੈਣੀ ਹੈ। ਇਹ ਬਹੁਤ ਵੱਡਾ ਸਵਾਲ ਆਉਣ ਵਾਲੇ ਸਮੇਂ ਦੇ ਵਿੱਚ ਹੋ ਰਿਹਾ ਹੈ ਕਿ ਸਾਨੂੰ ਬਿਜਲੀ ਦੀ ਜ਼ਰੂਰਤ ਹੈ, ਫ੍ਰੀ ਬਿਜਲੀ ਦੀ ਜ਼ਰੂਰਤ ਨਹੀਂ ਹੈ। ਫ੍ਰੀ ਬਿਜਲੀ ਤਾਂ ਅੱਜ ਵੀ ਬਹੁਤ ਸਾਰੇ ਲੋਕਾਂ ਨੂੰ ਮਿਲ ਰਹੀ ਆ, ਔਰ ਉਹ ਜਿਹੜੇ ਜਿਸ ਤਰ੍ਹਾਂ ਨੇ ਕਿਹਾ ਵੀ ਸਮਾਜ ਦੇ ਵਿੱਚ ਥੱਲੇ ਦੱਬੇ ਕੁਚਲੇ ਲੋਕ ਨੇ, ਉਹਨਾਂ ਤੱਕ ਹੀ ਸੀਮਤ ਹੋਣੀ ਚਾਹੀਦੀ ਹੈ, ਨਾ ਕਿ ਅਜਿਹੇ ਲੋਕ ਜਿਹੜੇ ਲੱਖਾਂ ਰੁਪਏ ਟੈਕਸ ਦੇ ਵੀ ਭਰਦੇ ਨੇ ਫਿਰ ਉਹ ਕਹਿਣਗੇ ਹੁਣ ਸਾਨੂੰ ਬਿਜਲੀ ਵੀ ਫ੍ਰੀ ਦਿਓ। ਹੁਣ ਦੋਸਤੋ ਲੈਣੇ ਅਗਲੀ ਖਬਰ ਜਿਸ ਨੇ ਇੱਕ ਵਾਰ ਫਿਰ ਸਾਡੇ ਦੇਸ਼ ਨੂੰ ਜਿਹੜਾ ਹੈ ਉਹ ਸੋਚ ਦੇ ਵਿੱਚ ਪਾ ਦਿੱਤਾ ਹੈ। ਸੋਚ ਦੇ ਵਿੱਚ ਪੈ ਗਏ ਨੇ ਅਸੀਂ, ਤੁਸੀਂ ਸਾਰੇ ਲੋਕ ਸੋਚ ਦੇ ਵਿੱਚ ਪੈ ਗਏ। ਪੂਰਾ ਪੰਜਾਬ, ਇੱਕ ਪਾਸੇ ਕਿਹਾ ਜਾ ਰਿਹਾ ਹੈ ਕਿ ਕਰੋਨਾ ਦੀ ਤੀਜੀ ਲਹਿਰ ਆ ਰਹੀ ਹੈ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਮੇਲੇ ਲੱਗ ਰਹੇ ਨੇ। ਪੰਜਾਬ ਦੇ ਵਿੱਚ ਇਸ ਵਕਤ ਫਿਰ ਸਕੂਲ ਖੋਲ੍ਹ ਦਿੱਤੇ ਗਏ ਨੇ ਤੇ ਸਕੂਲਾਂ ਦੇ ਵਿੱਚ ਫਿਰ ਕੇਸ ਆਉਣੇ ਸ਼ੁਰੂ ਹੋ ਗਏ ਨੇ ਤੇ ਕਈ ਸਕੂਲ ਬੰਦ ਹੋਣੇ ਵੀ ਸ਼ੁਰੂ ਹੋ ਗਏ ਨੇ। ਮਤਲਬ ਇਹ ਕਿੱਧਰ ਨੂੰ ਲੈ ਕੇ ਜਾ ਰਹੇ ਆ? ਕਿਆ ਸਰਕਾਰ ਦੀ ਦੂਰਅੰਦੇਸ਼ੀ ਬਿਲਕੁਲ ਖਤਮ ਹੋ ਗਈ ਹੈ? ਇੱਕ ਪਾਸੇ ਤਾਂ ਕਹਿੰਦੇ ਨੇ ਵੀ ਦੇਖੋ ਤੀਜੀ ਲਹਿਰ ਜਿਹੜੀ ਹੈ ਕਿਸੇ ਵੀ ਵਕਤ ਦਸਤਕ ਦੇ ਸਕਦੀ ਹੈ, ਦੂਸਰੇ ਪਾਸੇ ਤੁਸੀਂ ਸਕੂਲ ਕਾਲਜਸ ਖੋਲ੍ਹ ਦਿੱਤੇ ਆ। ਜਿਹੜੇ ਅੱਜ ਕੱਲ੍ਹ ਸੌਣ ਅਸ਼ਟਮੀ ਦੇ ਨਰਾਤੇ ਚੱਲ ਰਹੇ, ਨਰਾਤਿਆਂ ਦੇ ਵਿੱਚ ਤੁਸੀਂ ਲੱਖਾਂ ਲੋਕਾਂ ਦਾ ਇਕੱਠ ਕਰ ਰਹੇ ਹੋ ਜਿਹੜੇ ਇੱਕ ਦੂਜੇ ਨਾਲ ਖਹਿ ਰਹੇ ਨੇ। ਫਿਰ ਇਹ ਕਿੱਧਰ ਲੈ ਕੇ ਜਾਏਗਾ ਸਾਨੂੰ? ਦੇਖੋ ਜਦ ਪਹਿਲੀ ਲਹਿਰ ਆਈ ਉਦੋਂ ਵਾਇਰਸ ਬਾਰੇ, ਇਹਦੇ ਨਾਲ ਨਜਿੱਠਣ ਬਾਰੇ ਸਾਡੇ ਕੋਲ ਤੌਰ ਤਰੀਕੇ ਨਹੀਂ ਸੀ, ਉਹ ਗੱਲ ਅਸੀਂ ਮੰਨ ਸਕਦੇ ਹਾਂ। ਪਰ ਜਿਹੜੀ ਦੂਜੀ ਲਹਿਰ ਆਈ, ਜਿਹੜੀ ਕਿ ਪਹਿਲੀ ਨਾਲੋਂ ਭਿਆਨਕ ਸੀ, ਜਦੋਂ ਅਸੀਂ ਦੇਖਿਆ ਕਿ ਹਸਪਤਾਲਾਂ 'ਚ ਬੈੱਡ ਨਹੀਂ ਮਿਲਦੇ ਸੀ, ਆਕਸੀਜਨ ਨਹੀਂ ਮਿਲਦੀ ਸੀ, ਉਹ ਸਾਡੇ ਅਵੇਸਲੇਪਣ ਕਰਕੇ ਆਈ। ਬਿਲਕੁਲ। ਉਹ ਸਾਡੇ ਇਹਨੂੰ ਸੀਰੀਅਸਲੀ ਨਾ ਲੈਣ ਕਰਕੇ ਆਈ। ਪਰ ਚਲੋ ਉਹ ਸਮਾਂ ਵੀ ਬੀਤ ਗਿਆ ਜਿਹੜਾ ਹੈ। ਉਹ ਤੋਂ ਬਾਅਦ ਵੀ ਅੱਜ ਮੈਂ ਪੜ੍ਹਦਾ ਸੀ ਕਿ ਅੱਜ ਵੀ ਹੁਣ ਮੇਰੇ ਖਿਆਲ 'ਚ 30,000 ਤੋਂ ਘੱਟ ਕੇਸ ਪਿਛਲੇ 24 ਘੰਟਿਆਂ ਦੌਰਾਨ ਆਏ ਆ ਤੇ 150 ਤੋਂ ਘੱਟ ਜਿਹੜੀ ਮੌਤ ਹੋਈ ਆ। ਤੇ ਜਿਹੜੇ ਇਹ 30,000 ਕੇਸ ਆਏ ਆ ਪਿਛਲੇ 150 ਦਿਨਾਂ 'ਚ ਸਭ ਤੋਂ ਘੱਟ ਹੈ ਜੀ। ਤੇ ਸਾਡਾ ਰਿਕਵਰੀ ਰੇਟ ਵੀ ਜਿਹੜਾ ਵੱਧ ਰਿਹਾ। ਪਰ ਅਵੇਸਲਾਪਣ ਜਿਹੜਾ ਹੈ ਇਹਦੇ ਲਈ ਬਹੁਤ ਖਤਰਨਾਕ ਹੈ। ਜਿੱਦਾਂ
ਕਈ ਮਾਡਲਸ ਮੈਥਮੈਟੀਕਲ ਮਾਡਲਸ ਕਹਿੰਦੇ ਕਿ ਤੀਜੀ ਵੇਵ ਆਏਗੀ ਬਿਲਕੁਲ ਤੇ ਉਹ ਜ਼ਿਆਦਾ ਸਵੀਅਰ ਹੋ ਸਕਦੀ ਹੈ, ਭਾਵੇਂ ਕਿ ਕੋਈ ਕਹਿੰਦਾ ਨਹੀਂ ਆਏਗੀ, ਪਰ ਵੱਖਰੇ ਵੱਖਰੇ ਜਿਹੜੇ ਹੈ ਉਹ ਵਿਚਾਰ ਹੈ। ਪਰ ਅਵੇਸਲਾਪਨ ਜਿਹੜਾ ਹੈ ਉਹ ਇਹਦੇ ਲਈ ਬਹੁਤ ਘਾਤਕ ਹੈ। ਪਹਿਲਾਂ ਸਾਊਥ 'ਚ ਦੇਖਿਆ ਕਿ ਕੇਰਲਾ ਤੇ ਮਹਾਰਾਸ਼ਟਰ ਸ਼ੁਰੂ ਹੋਇਆ, ਹੁਣ ਮੈਨੂੰ ਲੱਗਦਾ ਜਿਹੜਾ ਐਪੀਸੈਂਟਰ ਹੈ ਅਗਲੀ ਵੇਵ ਦਾ ਉਹ ਜਿੱਦਾਂ ਤੁਸੀਂ ਕਿਹਾ ਹਿਮਾਚਲ ਤੇ ਪੰਜਾਬ ਬਣ ਜਾ ਰਿਹਾ। ਬਿਲਕੁਲ ਉਹਦੇ ਕਾਰਨ ਇਹ ਹੈ ਕਿ ਹਿਮਾਚਲ 'ਚ ਤਾਂ ਟੂਰਿਸਟ ਫਲੋ ਬਹੁਤ ਵਧਿਆ ਪਿਛਲੇ ਦਿਨਾਂ 'ਚ, ਟੂਰਿਸਟ ਵੀ ਵੱਖ-ਵੱਖ ਪੂਰੇ ਦੇਸ਼ 'ਚੋਂ ਜਿਹੜੇ ਹੈ ਉਹ ਹਿਮਾਚਲ ਪਹੁੰਚੇ, ਜਿਹਦੇ ਨਾਲ ਜਿਹੜਾ ਹੈ ਕੰਟੈਕਟ ਵਧਿਆ ਤੇ ਹਿਮਾਚਲ 'ਚ ਇਹ ਹੁਣ ਜਿਹੜੀਆਂ ਹੈ ਉਹ ਦਰ ਕਰੋਨਾ ਕੇਸਾਂ ਦੀ ਜ਼ਿਆਦਾ ਆ ਰਹੀ ਹੈ ਤੇ ਹਿਮਾਚਲ ਨੇ ਹੁਣ ਸਕੂਲ ਵੀ ਆਪਣੇ ਬੰਦ ਕਰ ਦਿੱਤੇ ਆ, ਟੂਰਿਸਟ ਫਲੋ ਵੀ ਜਿਹੜਾ ਹੈ ਉਹਨਾਂ ਨੇ ਰੋਕ ਦਿੱਤਾ। ਬਿਲਕੁਲ ਸੋ ਬਾਅਦ ਵਿੱਚ ਜਾਗਣ ਨਾਲ ਜਿਹੜਾ ਅੱਗ ਲੱਗੀ ਤੇ ਖੂਹ ਪੁੱਟਣ ਵਾਲੀ ਗੱਲ ਹੈ, ਉਹਦੇ ਨਾਲੋਂ ਜੇ ਪਹਿਲਾਂ ਹੀ ਅਸੀਂ ਤਿਆਰੀ ਕਰੀਏ ਉਹ ਸੌਖਾ ਕੰਮ ਹੁੰਦਾ ਹੈ। ਹੁਣ ਆਉਣ ਵਾਲੇ ਦਿਨਾਂ 'ਚ ਮੇਲੇ ਤਿਉਹਾਰਾਂ ਦੇ ਦਿਨ ਸ਼ੁਰੂ ਹੋ ਜਾਣੇ, ਇਹਦੇ 'ਚ ਫੇਰ ਜਿਹੜਾ ਹੈ ਪਿਛਲੀ ਵਾਰ ਵਾਂਗੂ ਵਧਣ ਦੀ ਸੰਭਾਵਨਾ ਹੈ। ਸਰਕਾਰ ਨੂੰ ਦੇਖੋ ਇਕਨੋਮਿਕ ਐਕਟੀਵਿਟੀਜ਼ ਵੀ ਚੱਲਣੀਆਂ ਹੈ, ਉਹਨੂੰ ਰੋਕ ਕੇ ਵੀ ਜਿਹੜਾ ਹੈ ਬਹੁਤਾ ਚਿਰ ਗੁਜ਼ਾਰਾ ਨਹੀਂ ਹੁੰਦਾ। ਬਿਲਕੁਲ ਪਰ ਸਾਨੂੰ ਹੁਣ ਇਹ ਪੱਕੀ ਗੱਲ ਹੈ ਕਿ ਇਸ ਵਾਇਰਸ ਨਾਲ ਕਿੱਦਾਂ ਰਹਿਣਾ, ਇਹ ਆਪਣੇ ਨੋਰਮਸ ਆਪਣੇ ਤੌਰ ਤਰੀਕੇ ਜਿਹੜੇ ਹੈ ਉਹ ਬਦਲਨੇ ਪੈਣੇ, ਆਪਣੀ ਸੋਚ 'ਚ ਪਰਿਵਰਤਨ ਕਰਨਾ ਪੈਣਾ। ਸਾਰਾ ਕੁਝ ਕਾਨੂੰਨਾਂ ਨਾਲ ਨਹੀਂ ਹੁੰਦਾ, ਕਾਨੂੰਨਾਂ ਨਾਲ ਨਹੀਂ ਹੁੰਦਾ। ਲੇਕਿਨ ਦੂਸਰੇ ਪਾਸੇ ਇਹ ਸਕੂਲਾਂ ਦੀ ਸਥਿਤੀ ਕੀ ਹੈ? ਸਕੂਲ ਜਿਹੜੇ ਆ ਛੋਟੇ ਲੈਵਲ ਤੋਂ ਲੈ ਕੇ ਵੱਡੇ ਲੈਵਲ ਤੱਕ ਖੋਲ੍ਹ ਦਿੱਤੇ ਗਏ ਨੇ। ਸਕੂਲਾਂ ਦੇ ਵਿੱਚ ਅੱਜ ਫਿਰ ਕਰੋਨਾ ਦੇ ਜਿਹੜੇ ਹੈ ਲੁਧਿਆਣੇ ਦੇ ਵਿੱਚ ਜਿਸ ਤਰ੍ਹਾਂ 12 ਕੇਸਿਸ ਆ ਗਏ ਆ, ਹੋਰ ਆਲੇ ਦੁਆਲੇ ਕੇਸਿਸ ਆ ਰਹੇ ਆ, ਸਕੂਲ ਫਿਰ ਬੰਦ ਕਰ ਦਿੱਤੇ ਜਾ ਰਹੇ ਆ। ਵੀ ਇਹ ਤਾਂ ਬੈਟਰ ਨਹੀਂ ਸੀਗਾ ਵੀ ਜਾਂ ਤਾਂ ਉਹ ਬੱਚਿਆਂ ਦੀ ਵੀ ਟੈਸਟ ਕਿਤੇ ਕਰਾ ਕੇ ਭੇਜੇ ਜਾਂਦੇ ਸਕੂਲਾਂ ਦੇ ਵਿੱਚ। ਉਹ ਜਿਹੜੇ 12 ਬੱਚੇ ਗਏ ਨੇ ਇਹ ਤਾਂ ਹੈ ਨਹੀਂ ਉਹ 12 ਬੱਚਿਆਂ ਤੱਕ ਹੀ ਸੀਮਤ ਰਹਿਣਗੇ, ਪਤਾ ਨਹੀਂ ਕਿੰਨੇ ਬੱਚਿਆਂ ਨੂੰ ਹੋਰ ਆਪਣੇ ਲਪੇਟੇ 'ਚ ਲੈ ਲਿਆ ਹੋਣਾ। ਇਸੇ ਤਰ੍ਹਾਂ ਹੀ ਅਸੀਂ ਨੈਣਾ ਦੇਵੀ ਮਾਤਾ ਦੀ ਗੱਲ ਕਰਦੇ ਹਾਂ, ਨੈਣਾ ਦੇਵੀ ਜਾਣ ਲੱਗੀਆਂ ਹਾਲਾਂਕਿ ਕੋਵਿਡ-19 ਦਾ ਜਿਹੜਾ ਨੈਗੇਟਿਵ ਰਿਪੋਰਟ ਲਿਆਣੀ ਲਾਜ਼ਮੀ ਸੀ ਜਾਂ ਫਿਰ ਆਪਣਾ ਦੋਨੋਂ ਇੰਜੈਕਸ਼ਨ ਲੱਗਣੇ ਹੋਣੇ ਜ਼ਰੂਰੀ ਸੀਗੇ, ਇਸ ਦੇ ਬਾਵਜੂਦ ਉੱਥੇ ਹਜ਼ਾਰਾਂ ਦੀ ਗਿਣਤੀ 'ਚ ਲੋਕ, ਉੱਥੇ ਵੀ ਹਜ਼ਾਰਾਂ ਦੀ ਅੱਜ ਗਿਣਤੀ 'ਚ ਲੋਕ ਆ ਗਏ ਆ। ਔਰ ਜਦੋਂ ਆਏ ਆ ਤਾਂ ਫਿਰ ਇੱਕ ਰੈਪਿਡ ਟੈਸਟ ਉੱਥੇ ਸ਼ੁਰੂ ਕਰਤਾ। ਜਦੋਂ ਰੈਪਿਡ ਟੈਸਟ ਕੀਤਾ ਤਾਂ ਪਹਿਲੇ 50 'ਚ 2 ਬੰਦੇ ਆ ਗਏ ਆ। ਫਿਰ ਇਹ ਦੱਸੋ ਤੁਸੀਂ ਵੀ ਉਹ ਜਿਹੜੇ 2 ਬੰਦੇ ਪੋਜ਼ਿਟਿਵ ਆਏ ਨੇ ਕਿਸ ਤਰ੍ਹਾਂ ਖੈਬੜਦੇ ਹੋਣਗੇ? ਔਰ ਇੱਥੇ ਲੋਕ ਤਾਂ ਕੱਪੜੇ ਵੀ ਨਹੀਂ ਪਾਉਂਦੇ ਆ, ਸਰੀਰ ਹੀ ਬਿਲਕੁਲ ਨੰਗੇ ਹੁੰਦੇ ਕਈ ਵਾਰ ਤਾਂ ਲੋਕਾਂ ਦੇ, ਇੱਕ ਦੂਜੇ ਨਾਲ ਜਿਹੜੇ ਟੱਚ ਕਰਦੇ ਜਾਂਦੇ। ਕਿਸ ਤਰ੍ਹਾਂ ਹੋਏਗਾ ਇਹਦਾ ਮੁਕਾਬਲਾ ਫਿਰ ਕਰੋਨਾ ਦਾ? ਜਿਹੜੀਆਂ ਸਰਕਾਰਾਂ ਦਾਅਵੇ ਕਰਦੀਆਂ ਨੇ ਵੀ ਅਸੀਂ ਬਹੁਤ ਸੁਚੇਤ ਹੈਗੇ ਆ, ਬਹੁਤ ਕੁਝ ਕਰ ਰਹੇ, ਕਿਸ ਤਰ੍ਹਾਂ ਕਰਨਗੇ ਸਾਰਾ ਕੁਝ? ਨਹੀਂ, ਸਕੂਲਾਂ ਦੀ ਗੱਲ ਹੈ, ਮੇਲਿਆਂ ਦੀ ਗੱਲ ਹੈ, ਹੁਣ ਜਦੋਂ ਅਸੀਂ ਪਹਿਲਾਂ ਗੱਲ ਕੀਤੀ ਇਲੈਕਸ਼ਨ ਵੀ ਆ ਰਹੇ ਆ, ਰੈਲੀਆਂ ਵੀ ਹੋਣੀਆਂ, ਇਹ ਚੀਜ਼ਾਂ ਦੀ ਜਦ ਤੱਕ ਖੁੱਲ੍ਹ ਨਹੀਂ ਹੋਣੀ ਚਾਹੀਦੀ ਜਦ ਤੱਕ ਕਿ ਵੈਕਸੀਨੇਸ਼ਨ ਜਿਹੜਾ ਹੈ ਇਹਦੀ ਸਪੀਡ ਵਧਾ ਕੇ ਜਦ ਤੋਂ 80-85% ਬੰਦਿਆਂ ਨੂੰ ਵੈਕਸੀਨੇਸ਼ਨ ਨਹੀਂ ਹੁੰਦੀ। ਖਾਸ ਕਰਕੇ ਬੱਚਿਆਂ ਦੇ ਜਦ ਅਸੀਂ 18 ਤੋਂ ਜਿਹੜਾ 45 ਸਾਲ ਜਾਂ 18 ਤੋਂ ਹੇਠਾਂ ਵਾਲੇ ਹੈ ਉਹਨਾਂ ਦੀ ਹਲੇ ਵੈਕਸੀਨੇਸ਼ਨ ਡਰਾਈਵ ਹੀ ਨਹੀਂ ਅਸੀਂ ਪੂਰੀ ਕੀਤੀ ਜਾਂ ਸ਼ੁਰੂਆਤ ਕੀਤੀ, ਅਸੀਂ ਸਕੂਲ ਖੋਲ੍ਹਣ ਦੀ ਇਜਾਜ਼ਤ ਨਹੀਂ ਦੇ ਸਕਦੇ। ਸੋ ਇਹ ਗੱਲਾਂ ਹੈ ਜਿਹਦਾ ਧਿਆਨ ਰੱਖਣਾ ਬਣਦਾ ਹੈ। ਕਰੋਨਾ ਨਾਲ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਸਾਨੂੰ ਰਹਿਣ ਦੇ ਆਪਣੇ ਤੌਰ ਤਰੀਕਿਆਂ 'ਚ ਤਬਦੀਲੀ ਪੂਰੇ ਵਰਲਡ ਓਵਰ ਹੋਈ ਹੈ। ਐਜੂਕੇਸ਼ਨ 'ਚ ਵੀ ਤਬਦੀਲੀ ਆ ਰਹੀ ਹੈ ਕਿ ਤੁਸੀਂ ਆਨਲਾਈਨ ਐਜੂਕੇਸ਼ਨ ਕਿੱਦਾਂ ਪੜ੍ਹਾਉਣਾ ਹੈ, ਟੀਚਰਾਂ ਨੂੰ ਵੀ ਇੱਦਾਂ ਪੜ੍ਹਾਉਣ ਦੀ ਜਿਹੜੀ ਹੈ ਉਹ ਟ੍ਰੇਨਿੰਗ ਤੇ ਜਾਂਚ ਹੋਣੀ ਚਾਹੀਦੀ। ਬੱਚਿਆਂ ਨੂੰ ਵੀ ਜਿਹੜਾ ਹੈ ਉਹ ਮਾਡਰਨ ਕਲਾਸਰੂਮ, ਮਾਡਰਨ ਤਰੀਕਿਆਂ ਨਾਲ ਸਮਝਾਉਣ ਦੇ ਤਰੀਕੇ, ਇਹ ਸਾਰਾ ਕੁਝ ਬਦਲਣਾ ਪੈਣਾ। ਮਾਸਕ ਲਗਾਉਣਾ ਬਹੁਤ ਜ਼ਰੂਰੀ ਸੀਗਾ, ਮਾਸਕ ਕਿਸੇ ਦੇ ਹੁਣ ਮੂੰਹ ਦੇ ਉੱਤੇ ਨਹੀਂ ਨਜ਼ਰ ਆ ਰਿਹਾ। ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ 6 ਫੁੱਟ ਦਾ ਸੋਸ਼ਲ ਡਿਸਟੈਂਸਿੰਗ ਤੱਕ ਕਿਆ ਕਰਨੀ, ਬਾਕੀ ਚੀਜ਼ਾਂ ਵੀ ਮਤਲਬ ਜਿਹੜੀਆਂ ਉਹ ਖਤਮ ਹੋ ਰਹੀਆਂ ਨੇ। ਇਹ ਚੀਜ਼ਾਂ ਨੂੰ ਜ਼ਰੂਰ ਜਿਹੜਾ ਸਾਨੂੰ ਕਰਨਾ ਪਏਗਾ। ਸੋ ਦੋਸਤੋ, ਜਾਨ ਹੈ ਤਾਂ ਜਹਾਨ ਹੈ, ਇਸ ਦੇ ਵਿੱਚ ਤਾਂ ਕੋਈ ਸ਼ੱਕ ਨਹੀਂ। ਕਰੋਨਾ ਜਿਹੜਾ ਹੈ ਜਿਸ ਤਰ੍ਹਾਂ ਕਿ ਹੁਣ ਹੂ ਨਾਲੇ ਸਾਡੇ ਜਿਹੜੇ ਡਾਕਟਰਾਂ ਦੀ ਮੇਜਰ ਟੀਮ ਹੈ ਉਹਨੇ ਕਿਹਾ ਕਿ ਆ ਸਕਦਾ, ਕਿਸੇ ਵਕਤ ਵੀ ਦਸਤਕ ਦੇ ਸਕਦਾ। ਕਰੋਨਾ ਤੋਂ ਬਚਣਾ ਤਾਂ ਅਸੀਂ ਖੁਦ ਹੀ ਹੈ, ਅਗਰ ਸਾਡੀ ਜਾਨ ਰਹੇਗੀ ਤਾਂ ਹੀ ਅਸੀਂ ਸਾਰਾ ਜਹਾਨ ਦੇਖ ਸਕਾਂਗੇ। ਰਾਣਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਦੋਸਤੋ ਤੁਹਾਡਾ ਵੀ ਕਰਦੇ ਹੋਏ ਧੰਨਵਾਦ। ਆਗਿਆ ਲੈਣ ਤੋਂ ਪਹਿਲਾਂ ਇੱਕੋ ਬੇਨਤੀ ਕਰਨੀ ਹੈ ਕਿ ਜਿਨ੍ਹਾਂ ਨੇ ਅਜੇ ਤੱਕ ਸਾਡਾ SDTV ਪ੍ਰਾਈਮ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰਨਾ। ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਨੂੰ ਜ਼ਰੂਰ ਦਬਾ ਦੇਣਾ, ਸਾਡੇ ਪ੍ਰੋਗਰਾਮ ਤੁਹਾਡੇ ਤੱਕ ਕਿਸੇ ਤਰ੍ਹਾਂ ਪੁੱਜਦੇ ਰਹਿ ਸਕਣ। ਫਿਲਹਾਲ ਸ਼ਮੀ ਡਾਵਰਾ ਤੇ ਰਾਣਾ ਰਣ ਬਹਾਦਰ ਨੂੰ ਦਿਓ ਇਜਾਜ਼ਤ। ਬਹੁਤ ਬਹੁਤ